ਹੁਣ ਮੇਰੇ ਨਾਲ ਹਰਿੰਦਰ ਸਿੰਘ ਸਿੱਖ ਰਿਸਰਚ ਇੰਸਟੀਚਿਊਟ ਤੋਂ, ਜਿਨ੍ਹਾਂ ਨੂੰ ਹਰਿੰਦਰ ਸਿੰਘ ਜੀ ਟੈਕਸਸ ਕਰਕੇ ਵੀ ਆਪਾਂ ਜਾਣਦੇ ਹਾਂ, ਅਕਸਰ ਵਕਤ ਦਰ ਵਕਤ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਗੁਰੂ ਫਤਿਹ ਜੀ। ਧੰਨਵਾਦ ਤੁਹਾਡੇ ਸਮੇਂ ਲਈ ਜੀ। ਪਿਛਲੇ 3-4 ਦਿਨ ਤੋਂ ਆਪਾਂ ਲਗਾਤਾਰ ਇਸ ਘੱਲੂਘਾਰੇ ਦੇ ਅਲੱਗ-ਅਲੱਗ ਪਹਿਲੂਆਂ ਤੇ ਗੱਲਬਾਤ ਕਰ ਰਹੇ ਹਾਂ ਜੀ, ਤੇ ਮਹਿਮਾਨ ਵੀ ਸਾਹਿਬ ਮਨਧੀਰ ਸਿੰਘ ਹੋਣੀ, ਜਸਪਾਲ ਸਿੰਘ ਸਿੱਧੂ ਤੇ ਸਾਜੇਪਾਲ ਸਿੰਘ ਬਰਾੜ, ਉਹਨਾਂ ਨਾਲ ਗੱਲ ਕੀਤੀ। ਅੱਜ ਆਖਰੀ ਦਿਨ ਇਸ ਨੂੰ ਮੈਂ ਸਮ ਅਪ ਕਰਨ ਲਈ ਤੁਹਾਨੂੰ ਬੇਨਤੀ ਕੀਤੀ ਸੀ। ਇਸ ਘੱਲੂਘਾਰੇ ਦੇ ਬਹੁਤ ਪਹਿਲੂ ਨੇ ਤੇ ਜਿਹੜੇ ਬਹੁਤ ਪਹਿਲੂ ਉਜਾਗਰ ਹੋਏ ਨੇ ਪਿਛਲੇ 10-12 ਸਾਲਾਂ ਤੋਂ ਜਦ ਦਾ ਸੋਸ਼ਲ ਮੀਡੀਆ ਆਇਆ। ਤੇ ਇਸ ਘੱਲੂਘਾਰੇ ਦੀ ਮਹੱਤਤਾ ਤੇ ਮੈਂ ਗੱਲ ਕਰਨੀ ਹੈ ਕਿ ਘੱਲੂਘਾਰੇ ਜਿਹੜੇ ਨੇ ਕੌਮਾਂ ਦੀ ਜਾਨ ਕਿਵੇਂ ਹੁੰਦੇ ਨੇ, ਘੱਲੂਘਾਰੇ ਜਿਹੜੇ ਕੌਮ ਨੂੰ ਰਚਨਾ ਕੇ ਰਾਹ ਕਿਵੇਂ ਜਾਂਦੇ ਨੇ, ਐਗਜ਼ਿਸਟੈਂਸ ਕਿਵੇਂ, ਜਿਵੇਂ ਮੁਗਲ ਬਾਦਸ਼ਾਹ ਆ ਕੇ ਆਪਣੀ ਥਰੋਨ ਤੇ ਹਰ ਰੋਜ਼ ਕਿਲੇ ਤੋਂ ਸ਼ਕਲ ਦਿਖਾਉਂਦਾ ਤੇ ਆਪਣੀ ਜਿਹੜੀ ਪ੍ਰਾਈਡ ਹੈ ਇੱਕ ਲਾਇਨ ਦੀ, ਉਹ ਆਪਣੀ ਟੈਰੀਟਰੀ ਦੇ ਵਿੱਚ ਸਵੇਰੇ ਬੱਬਾ ਉੱਠ ਕੇ ਮਾਰਦਾ, ਮੈਂ ਜਿਉਂਦਾ। ਇਸ ਤਰ੍ਹਾਂ ਹੀ ਘੱਲੂਘਾਰੇ ਨੇ ਜਿਹੜੀ ਐਗਜ਼ਿਸਟੈਂਸ ਆ ਕੌਮ ਦੀ, ਜਿਹੜੀ ਦੱਸਦੀ ਹੈ ਵੀ 18ਵੀਂ ਸਦੀ ਨਹੀਂ, ਇਹ 20ਵੀਂ ਸਦੀ 'ਚ ਵੀ ਐਗਜ਼ਿਸਟੈਂਸ ਹੈ, 21ਵੀਂ ਸਦੀ 'ਚ ਵੀ ਐਗਜ਼ਿਸਟੈਂਸ ਹੈ। ਸੋ ਘੱਲੂਘਾਰੇ ਨੂੰ ਜੇ ਸਮਝਿਆ ਜਾਵੇ, ਉਹਦੀ ਮਹੱਤਤਾ ਦੀ ਆਪਾਂ ਗੱਲ ਕਰੀਏ 1984 ਦੇ ਤੀਸਰੇ ਘੱਲੂਘਾਰੇ ਦੀ, ਉੱਥੋਂ ਮੈਂ ਸ਼ੁਰੂ ਕਰਨਾ ਚਾਹੁੰਦਾ ਜੀ। ਜ਼ਰੂਰ ਜੀ। ਤੇ ਮੈਂ ਇਸ ਗੱਲ ਦੇ ਨਾਲ ਬੜਾ ਖੁਸ਼ ਹਾਂ ਕਿ ਅਸੀਂ ਘੱਲੂਘਾਰਾ ਟਰਮ ਵਰਤ ਰਹੇ ਹਾਂ, ਕਿਉਂਕਿ ਅਦਰਵਾਈਜ਼ ਹੁੰਦਾ ਕੀ ਆ ਕਿ ਦੁਨੀਆ ਦੇ ਵਿੱਚ ਜਿਹੜੀ ਆਦਿ ਕਾਲ ਤੋਂ ਜਿਹੜੀ ਲੜਾਈ ਚੱਲ ਰਹੀ ਆ ਨਾ, ਇੱਕ ਤਾਂ ਫਿਜ਼ੀਕਲ ਲੜਾਈ ਹੁੰਦੀ ਆ ਜਿਹਨੂੰ ਆਪਾਂ ਯੁੱਧ ਕਹਿੰਦੇ ਆ ਜਾਂ ਜੰਗ ਲੱਗਣਾ, ਦੂਸਰੀ ਹੁੰਦੀ ਆ ਜਿਹੜੀ ਅਸੀਂ ਕਹਿੰਦੇ ਆ ਨਜ਼ਰੀਏ ਦੀ, ਜਿਹਨੂੰ ਆਪਾਂ ਨੈਰੇਟਿਵ ਕਹਿੰਦੇ ਆ ਅੱਜ ਕੱਲ੍ਹ, ਕਿ ਦਾਸਤਾਨ ਕੀ ਆ ਸਾਡੀ। ਉਹ ਜੇ ਦਾਸਤਾਨ ਦੇ ਲੈਵਲ ਤੋਂ ਗੱਲ ਕੀਤੀ ਜਾਂਦੀ ਹੈ ਨਾ, ਉਹੀ ਗੱਲ ਫੈਲਾਈ ਜਾਂਦੀ ਹੈ ਤੇ ਉਹੀ ਗੱਲ ਫੈਲਦੀ ਆ, ਜਾਂ ਉਹ ਸਰਕਾਰਾਂ ਫੈਲਾਉਂਦੀਆਂ ਨੇ ਜਾਂ ਜਿਹੜੇ ਉਹਦੇ ਰੈਸਿਪੀਐਂਟ ਹੁੰਦੇ ਨੇ, ਮਤਲਬ ਜਿਹੜੇ ਸਰਕਾਰ ਦੇ ਖਿਲਾਫ ਲੜ ਰਹੇ ਹੁੰਦੇ ਨੇ, ਜਾਂ ਉਹ ਆਪਣੀ ਦਾਸਤਾਨ ਕਰਕੇ ਸੁਣਾਉਂਦੇ ਨੇ। ਮੈਂ ਇਹਨੂੰ ਗੱਲ ਜੋੜਦਾ ਸਿੱਧੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਪਹਿਲਾਂ। ਹੁਣ ਜਦ ਆਪਾਂ ਜ਼ਫਰਨਾਮੇ ਦੀ ਗੱਲ ਕਰਦੇ ਆ, ਆਪਾਂ ਇਹ ਨਹੀਂ ਕਹਿੰਦੇ ਕਿ ਔਰੰਗਜ਼ੇਬ ਉਸ ਵੇਲੇ ਦਾ ਇਕੱਲਾ ਬਾਦਸ਼ਾਹ ਸੀ ਜਾਂ ਔਰੰਗਜ਼ੇਬ ਨੇ ਇਹ ਆਰਡਰ ਦਿੱਤੇ। ਅਸੀਂ ਇਹ ਗੱਲ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਜ਼ਰੀਆ ਔਰੰਗਜ਼ੇਬ ਦੇ ਪ੍ਰਤੀ ਕੀ ਸੀ, ਔਰੰਗਜ਼ੇਬ ਦੀ ਨੀਤੀ ਪ੍ਰਤੀ ਕੀ ਸੀ, ਤੇ ਉਹਦੇ ਉੱਤੇ ਉਹ ਕਿਵੇਂ ਜੇਤੂ ਨੇ। ਸਿਮਿਲਰਲੀ ਜੇ ਤੁਸੀਂ ਘੱਲੂਘਾਰੇ ਦੀ ਗੱਲ ਕਰਨੀ ਆ, ਜੇ ਅਸੀਂ ਹਰ ਗੱਲ ਨੂੰ ਗਵਰਨਮੈਂਟ ਦਾ ਵਾਈਟ ਪੇਪਰ ਕੀ ਕਹਿੰਦਾ, ਜਿਵੇਂ 84 ਦੀ ਗੱਲ ਕਰੀਏ, ਕੁਲਦੀਪ ਸਿੰਘ ਬਰਾੜ ਜਿਹੜਾ ਉਸ ਵੇਲੇ ਦਾ ਜਨਰਲ ਆ ਉਹ ਕੀ ਕਹਿੰਦਾ, ਇੰਦਰਾ ਗਾਂਧੀ ਕੀ ਕਹਿੰਦੀ, ਬ੍ਰੌਡਕਾਸਟਿੰਗ ਮਿਨਿਸਟਰ HKL ਭਗਤ ਕੀ ਕਹਿੰਦਾ, ਜੇ ਉਹ ਹਵਾਲਿਆਂ ਨਾਲ ਗੱਲ ਕਰਾਂਗੇ ਉਹ ਤਾਂ ਇਹ ਪ੍ਰੋਪੇਗੈਂਡਾ ਨੂੰ ਹੀ ਅੱਗੇ ਕਰਨਾ ਹੋ ਗਿਆ। ਜੇ ਅਸੀਂ ਸਿੱਖ ਨਜ਼ਰੀਏ ਤੋਂ ਗੱਲ ਕਰਾਂਗੇ, ਫਿਰ ਉਹ ਘੱਲੂਘਾਰੇ ਦਾ ਮਤਲਬ ਇਹ ਬਣੂ ਕਿ ਜਿਹੜੇ ਉਸ ਵੇਲੇ ਉੱਥੇ ਯਾਤਰੀ ਸੀ, ਜਿਹੜੇ ਉਸ ਵੇਲੇ SGPC ਦੇ ਵਰਕਰ ਸੀ, ਜਿਹੜੇ ਉਸ ਵੇਲੇ ਭਿੰਡਰਾਂਵਾੜੇ ਦੇ ਸਾਥੀ ਸੀ, ਜਿਹੜੇ ਉਸ ਵੇਲੇ ਦੇ ਚਸ਼ਮਦੀਦ ਗਵਾਹ ਨੇ, ਜਿਹੜੇ ਉਸ ਵੇਲੇ ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਉਸ ਵੇਲੇ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੀ ਰੱਖਿਆ ਕੀਤੀ, ਉਹ ਨਜ਼ਰੀਆ ਦੇਣਾ ਸਾਡਾ ਬਣਦਾ। ਸੋ ਘੱਲੂਘਾਰਾ ਇੱਕ ਆਲ ਇਨਕਲੂਸਿਵ ਟਰਮ ਆ ਸਿੱਖੀ ਦਾ, ਜਿਹੜਾ 18ਵੀਂ ਸ਼ਤਾਬਦੀ ਦੇ ਵਿੱਚ ਪੈਦਾ ਹੋਇਆ, ਤੇ ਉਹ ਪੈਦਾ ਹੋਇਆ ਜਿਹਦੇ ਵਿੱਚ ਅਸੀਂ ਡਿਫਰੈਂਸ਼ੀਏਟ ਨਹੀਂ ਕਰਦੇ ਕਿ ਕਿਹੜੇ ਸਿੱਖ ਨੇ ਕੀ ਕੀਤਾ। ਘੱਲੂਘਾਰੇ ਵਿੱਚ ਉਹ ਸਾਰੇ ਸਿੱਖ ਆ ਜਾਂਦੇ ਨੇ, ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਬਾਈਸਟੈਂਡਰ ਕਹਿੰਦੇ ਆ, ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਵਿਕਟਮ ਕਹਿੰਦੇ ਆ, ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਡਿਫੈਂਡਰਸ ਜਾਂ ਰੈਜ਼ਿਸਟੈਂਸ ਜਾਂ ਮਿਲੀਟੈਂਟ ਫਾਈਟਰਸ ਕਹਿੰਦੇ ਆ, ਉਹ ਸਾਰੇ ਆ ਜਾਂਦੇ ਨੇ। ਸੋ ਇਹ ਬਹੁਤ ਇੰਪੋਰਟੈਂਟ ਗੱਲ ਆ ਕਿ ਅਸੀਂ ਜਿਹੜੀਆਂ ਡਿਫਰੈਂਸ਼ੀਏਸ਼ਨ ਕਈ ਵਾਰੀ ਅੱਜ ਕੱਲ੍ਹ ਕਰਨੀਆਂ ਸ਼ੁਰੂ ਕਰਤੀਆਂ ਨੇ, ਉਹ ਘੱਲੂਘਾਰਾ ਉਹਨੂੰ ਨੈਗੇਟ ਕਰਦਾ। ਸੋ ਘੱਲੂਘਾਰੇ ਦਾ ਸਾਡਾ ਟ੍ਰੈਡੀਸ਼ਨ ਕੀ ਆ? ਦੇਖੋ, ਟ੍ਰੈਡੀਸ਼ਨ ਬੜਾ ਕਲੀਅਰ ਆ। 18ਵੀਂ ਸ਼ਤਾਬਦੀ ਦੇ ਵਿੱਚ ਦੋ ਵੱਡੇ ਘੱਲੂਘਾਰੇ ਹੋਏ ਨੇ। ਘੱਲੂਘਾਰੇ ਸਾਡੇ ਨਾਲ ਕਈ ਹੋਏ ਨੇ, ਬਟ ਜੋ ਉਹਦੀ ਜਿਹਨੂੰ ਅਸੀਂ ਜੈਨੋਸਾਈਡਲ ਕੈਂਪੇਨ ਵਰਡ ਯੂਜ਼ ਕਰ ਸਕਦੇ ਹਾਂ, ਇਹ ਬੰਦਾ ਸਿੰਘ ਬਹਾਦਰ ਪੀਰੀਅਡ ਤੋਂ ਬਾਅਦ ਇੱਕਦਮ ਸ਼ੁਰੂ ਹੋ ਗਿਆ ਸੀ, ਜਦੋਂ ਉਸ ਵੇਲੇ ਦੀ ਸਰਕਾਰ ਨੇ ਐਲਾਨ ਕਰਤਾ ਸੀ ਇੱਕ ਵੀ ਸਿੱਖ ਨਹੀਂ ਰਿਹਾ। ਗਰਜਾ ਸਿੰਘ ਬੋਤਾ ਸਿੰਘ ਵੇਲੇ ਵੀ ਇਹ ਹੋਇਆ। ਬਟ ਜਦ ਉਹ ਇੱਕ ਵੱਡੇ ਤਾਇਨਾਤ ਤੇ ਕੀਤਾ ਜਾਂਦਾ, ਮਤਲਬ ਕਿਸੇ ਇੱਕ ਖਾਸ ਕਿਸਮ ਦੇ ਸਿੱਖ ਜਾਂ ਇੱਕ ਖਾਸ ਇਲਾਕੇ ਦੇ ਸਿੱਖ ਨੂੰ ਕਰਕੇ ਕਰਦੇ ਸੀ, ਉਹ ਨਹੀਂ ਘੱਲੂਘਾਰਾ। ਜਦ ਸਮੁੱਚੇ ਸਿੱਖ ਜਗਤ ਦੇ ਉੱਤੇ ਅਟੈਕ ਆ, ਉਹ ਘੱਲੂਘਾਰਾ। ਸਿਮਿਲਰਲੀ 84 ਵਿੱਚ ਇਹ ਅਪਲਾਈ ਹੁੰਦਾ, ਕਿਉਂਕਿ 18ਵੀਂ ਸ਼ਤਾਬਦੀ ਵਿੱਚ ਵੀ ਇਸੇ ਤਰ੍ਹਾਂ ਅਪਲਾਈ ਹੋਇਆ ਸੀ। ਮੇਨ ਮਕਸਦ ਘੱਲੂਘਾਰੇ ਦਾ ਜਿਹੜਾ ਇੱਕ ਨਜ਼ਰੀਆ ਮੈਂ ਸ਼ੁਰੂ 'ਚ ਕਹਿ ਦਵਾਂ, ਫਿਰ ਅਗਲਾ ਕੁਐਸਚਨ ਲੈਂਦੇ ਆ। ਘੱਲੂਘਾਰੇ ਦੇ ਵਿੱਚ ਵਿਕਟਮ ਮੈਂਟੈਲਿਟੀ ਨਹੀਂ ਹੁੰਦੀ। ਘੱਲੂਘਾਰੇ ਵਿੱਚ ਇਹ ਨਹੀਂ ਕਿਹਾ ਜਾਂਦਾ ਕਿ ਸਰਕਾਰ ਕੀ ਕਰ ਰਹੀ ਆ ਜਾਂ ਜਿਹੜਾ ਸਰਕਾਰ ਦੇ ਪ੍ਰਤੀਨਿਧ ਕਰ ਰਹੇ ਨੇ। ਅਰਲੀਅਰ ਵੀ ਪ੍ਰਤੀਨਿਧ, ਤੁਹਾਨੂੰ ਪਤਾ, ਜਿਹੜਾ ਪੋਲੀਟੀਕਲ ਲੀਡਰ ਹੁੰਦਾ ਸੀ
ਉਹੀ ਜਨਰਲੀ ਮਿਲਟਰੀ ਲੀਡਰ ਵੀ ਹੁੰਦੇ ਸੀ ਪਹਿਲਾਂ ਵੀ। ਹੁਣ ਉਹ ਡਿਫਰੈਂਸ਼ੀਏਸ਼ਨ ਆ ਗਈ ਆ। ਉਸ ਵੇਲੇ ਕਦੇ ਨਹੀਂ ਕਿਹਾ ਜਾਂਦਾ ਸੀ ਕਿ ਇਹ ਸਾਰੇ ਇਦਾਂ ਦੇ ਕਿਉਂ ਨੇ। ਉਸ ਵੇਲੇ ਇਹ ਕਿਹਾ ਜਾਂਦਾ ਸੀ ਕਿ ਇਹ ਨੀਤੀ ਕਿਸ ਨੀਤੀ ਦੇ ਖਿਲਾਫ ਆ ਕੇ ਕਰ ਰਹੇ ਨੇ, ਅਸੀਂ ਉਹਦੇ ਨਾਲ ਕਿਵੇਂ ਨਜਿੱਠਣਾ। ਸੋ ਅਸੀਂ ਜਦ 84 ਤੇ ਵੀ ਇਹ ਅਪਲਾਈ ਕਰੀਏ, ਜਿਵੇਂ ਇੱਕ ਨਾਮ ਮੈਂ ਇੱਥੇ ਲਵਾਂਗਾ, ਜੱਸਾ ਸਿੰਘ ਆਹਲੂਵਾਲੀਆ। ਇੱਕ ਉਹ ਸ਼ਖਸੀਅਤ ਆ ਸਾਡੀ ਸਿੱਖ ਇਤਿਹਾਸ ਦੀ ਜਿਹੜੇ ਦੋਵੇਂ 18ਵੀਂ ਸ਼ਤਾਬਦੀ ਦੇ ਘੱਲੂਘਾਰੇ ਉਹਨਾਂ ਨੇ ਆਈ ਵਿਟਨੈਸ ਕੀਤੇ। ਉਹਨਾਂ ਦੀ ਟ੍ਰੇਨਿੰਗ ਹੋਈ ਬਾਣੀ ਦੀ ਤੇ ਸ਼ਸਤਰਾਂ ਦੀ, ਤੇ ਉਹਨਾਂ ਨੇ ਇਹਦੇ ਵਿੱਚੋਂ ਨਿਕਲਦੇ ਹੋਏ, ਇਹ ਚੀਜ਼ਾਂ ਦਾ ਸਾਹਮਣਾ ਕਰਦੇ ਹੋਏ ਪੰਜਾਬ ਨੂੰ 700 ਸਾਲਾਂ ਦੀ ਐਨਸਲੇਵਮੈਂਟ ਨੂੰ ਖਤਮ ਕੀਤਾ ਤੇ 1765 ਦੇ ਵਿੱਚ ਲਾਹੌਰ ਦੇ ਵਿੱਚ ਰਾਜ ਸਥਾਪਿਤ ਕਰ ਲਿਆ। ਮਤਲਬ ਇਹ ਨਹੀਂ ਕਿਹਾ ਜਾਂਦਾ ਕਿ ਇਹ ਕਿਉਂ ਕਰ ਰਹੀ ਹੈ ਸਰਕਾਰ, ਇਹ ਕਿਹਾ ਜਾਂਦਾ ਕਿ ਇਹ ਕਰੀ ਜਾਣ, ਜਿਵੇਂ ਮੀਰ ਬੰਨੂ ਵੇੜੀ ਵੀ ਅਸੀਂ ਆਖਦੇ ਸੀ ਕਿ ਅਸੀਂ ਦੂਨ ਸਬਾਏ ਹੋਏ, ਇਹ ਕਰੀ ਜਾਣ ਜੋ ਇਹਨਾਂ ਨੇ ਕਰਨਾ। ਸਾਨੂੰ ਆਪਣਾ ਸੁਰਤ ਬੜੀ ਕਲੀਅਰ ਰੱਖਣੀ ਪੈਣੀ ਆ ਤੇ ਅਸੀਂ ਇਹਦੇ ਵਿੱਚ ਸਰਕਾਰ ਜੋ ਮਰਜ਼ੀ ਕਰੇ, ਬਟ ਸਾਡਾ ਨਿਸ਼ਾਨਾ, ਸਾਡਾ ਕੰਮ ਕਰਨ ਦਾ ਤਰੀਕਾ, ਮੁੱਖ ਤੇ ਹਰ ਚਿੱਤਮੈ ਯੁੱਧ ਵਿਚਾਰੇ ਦਾ ਤਰੀਕਾ, ਇਹ ਸਭ ਸਾਡੇ ਸਿਸਟਮ ਦੇ ਵਿੱਚ ਆ ਕੇ ਅਸੀਂ ਨਾਮ ਦੇ ਕਲਚਰ ਨੂੰ ਐਸਟੈਬਲਿਸ਼ ਰੱਖਣ ਲਈ ਅਸੀਂ ਇਹ ਕਰਦੇ ਹਾਂ। ਕਾਰਨ ਬਿਲਕੁਲ ਜਦ ਜਸਪਤ ਦਾ ਸਿਰ ਵੱਢ ਕੇ ਸਿੰਘ ਬਸੌਲੀ ਦੀਆਂ ਪਹਾੜੀਆਂ ਨੂੰ ਚੜ੍ਹ ਗਏ ਤਾਂ ਛੋਟਾ ਘੱਲੂਘਾਰਾ ਹੋਇਆ, ਯਹੀਆ ਖਾਨ ਆ ਗਿਆ ਇੱਕ ਬੰਨਿਓ ਤੇ ਉਹਦੇ ਵਿੱਚ 1.5 ਫੁੱਟ ਦੀ ਲੜਾਈ ਲੜਕੇ ਸਿੰਘ ਵਿੱਚੋਂ ਲੰਘਲੇ, ਰਾਵੀ ਲੰਘੇ, ਬਿਆਸ ਲੰਘੇ ਤੇ ਸਤਲੁਜ ਲੰਘ ਕੇ ਮਾਲ ਵਿੱਚ ਆ ਗਏ। ਵੱਡੇ ਘੱਲੂਘਾਰੇ ਦੇ ਵਿੱਚ ਜਦ ਗੁਰਮਤਾ ਹੋ ਗਿਆ ਵੀ ਹੁਣ ਚੌਧਰੀ ਠੋਕਣੇ ਆ, ਚੌਧਰੀਆਂ ਨੇ ਬੋਤੀ ਜਿਹੜੀ ਅਕਲੀਏ ਨੇ ਭਜਾਈ ਤੇ ਭੇਜੀ ਲਾਹੌਰ ਕੋਲ, ਤੇ ਲਾਹੌਰ ਵਾਲਿਆਂ ਨੇ ਅਬਦਾਲੀ ਨੂੰ ਕਿਹਾ, ਅਬਦਾਲੀ ਆ ਕੇ ਦੂਜੇ ਘੱਲੂਘਾਰੇ ਦੇ ਵਿੱਚ, ਵੱਡੇ ਘੱਲੂਘਾਰੇ ਚ ਅੱਧੀ ਕੌਮ ਨੂੰ ਜਿਹੜਾ ਸ਼ਹੀਦ ਕਰਦਾ, ਤੇ ਸਭ ਤੋਂ ਵੱਧ ਸ਼ਹੀਦੀ ਉੱਥੇ ਹੋਈ ਜਿੱਥੇ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਸਰੂਪ ਸਨ। ਸੋ ਇਸ ਘੱਲੂਘਾਰੇ ਨੂੰ ਜਾਂ ਤੀਸਰੇ ਨੂੰ ਜਾਂਦੇ ਆ, ਇੱਕ ਗੱਲ ਚੱਲ ਰਹੀ ਹੈ ਜਿਹੜੀ 1920 ਤੋਂ ਸ਼ੁਰੂ ਹੋ ਗਈ, 78 ਤੇ ਆ ਗਈ। ਮੈਂ 78 ਤੋਂ ਲੈ ਕੇ ਜੇ ਚੱਲਾਂ, ਖੂਨੀ ਵਿਸਾਖੀ ਤੋਂ ਜਦ ਅੱਗੇ ਦਾ ਜਿਹੜਾ ਸਮਾਂ 84 ਤੱਕ, ਉਹ ਡਰਾਮੈਟਿਕਲੀ ਕਿਵੇਂ ਜਿਹੜਾ ਉਹ ਬਦਲਿਆ। ਤੇ 1977 ਦੇ ਵਿੱਚ ਸੰਤ ਕਰਤਾਰ ਸਿੰਘ ਜੀ ਖਾਲਸਾ ਸੁਰਗਪੁਰੀ ਬਿਆਨਾ ਕਰ ਗਏ, ਸੰਤ ਜਰਨੈਲ ਸਿੰਘ ਜੀ ਖਾਲਸਾ ਆਉਂਦੇ ਨੇ, ਤੇ ਉਹਨਾਂ ਤੋਂ ਕੁਝ ਮਹੀਨੇ ਬਾਅਦ ਹੀ ਅਪ੍ਰੈਲ 'ਚ 7-8 ਮਹੀਨਿਆਂ ਤੋਂ ਬਾਅਦ ਨਰੋਲ ਇੱਕ ਧਾਰਮਿਕ ਸ਼ਖਸੀਅਤ ਸਿੱਧੀ ਸਿਪਾਹੀ ਦੇ ਰੂਪ 'ਚ ਆਉਂਦੀ ਆ। ਉਹਦੀ ਤਰਜਮਾਨੀ ਕਿਵੇਂ ਕਰਦੇ ਹੋ ਜੀ? ਜ਼ਰੂਰ ਜੀ, ਇਹ ਬੜਾ ਅਹਿਮ ਸਵਾਲ ਆ, ਕਿਉਂਕਿ ਜਦ ਕੋਈ ਵੀ 18ਵੀਂ ਸ਼ਤਾਬਦੀ ਦੇ ਜਿਵੇਂ ਤੁਸੀਂ ਨਾਂ ਲਏ ਨੇ, ਜਿੱਥੇ ਯਹੀਆ ਖਾਂ ਖੜਾ ਹੈਗਾ ਉੱਥੇ ਲਖਪਤ ਰਾਏ ਵੀ ਖੜਿਆ, ਤੇ ਉਹਨਾਂ ਦਾ ਟਾਕਰਾ ਕਰਨ ਵਾਲੇ ਵੀ ਜੱਸਾ ਸਿੰਘ ਆਹਲੂਵਾਲੀਆ ਵਰਗੇ ਵੀ ਤਿਆਰ ਹੋ ਰਹੇ ਨੇ, ਤੇ ਜਦ ਨਵਾਬ ਕਪੂਰ ਸਿੰਘ ਵੀ ਟ੍ਰੇਨਿੰਗ ਦੇ ਰਹੇ ਨੇ। ਸੋ ਹਰ ਵੇਲੇ ਕਦੇ ਵੀ ਜਦ ਸਟੇਟ ਦੀ ਤੇ ਐਂਟੀ ਸਟੇਟ ਦੀ ਲੜਾਈ ਹੁੰਦੀ ਹੈ, ਉਹਦੇ ਵਿੱਚ ਇੱਕ ਲੀਡਰਸ਼ਿਪ ਹੁੰਦੀ ਆ। ਹੁਣ ਸਿਮਿਲਰਲੀ 84 ਆ ਸਾਡੇ ਕੋਲ, 84 ਦੇ ਵਿੱਚ ਉਸ ਵੇਲੇ ਦੀ ਸਟੇਟ ਹਿੰਦੁਸਤਾਨ ਦੀ ਸਰਕਾਰ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਆ, ਉਹਦੇ ਸਲਾਹਕਾਰਾਂ ਵਿੱਚੋਂ ਈਵਨ ਜਿਨ੍ਹਾਂ ਨੇ ਇਹਦੀ ਸਾਰੀ ਪਲੈਨਿੰਗ ਕੀਤੀ। ਅੱਜ ਵੀ BBC ਹਿੰਦੀ ਨਿਊਜ਼ ਇਹ ਲਾ ਰਹੀ ਹੈ ਕਿ KS ਬਰਾੜ ਦਾ ਵਰਜਨ ਦੱਸ ਰਹੀ ਆ, ਅੱਜ ਦੀ BBC ਹਿੰਦੀ ਨਿਊਜ਼ ਦੀ ਮੈਂ ਗੱਲ ਕਰ ਰਿਹਾ, ਬਟ ਅਜੇ ਵੀ ਉਹ ਇਹ ਗੱਲ ਨਹੀਂ ਦੱਸਣਾ ਚਾਹੁੰਦੀ ਕਿ ਸਿੱਖਾਂ ਦਾ ਨਜ਼ਰੀਆ ਕੀ ਆ। ਉਹ KS ਬਰਾੜ ਦੀ ਗੱਲ ਕਰ ਰਹੇ ਨੇ ਜਿਹਨੇ ਪਲੈਨਿੰਗ ਨਹੀਂ ਕੀਤੀ। ਉਹ KS ਬਰਾੜ ਨੂੰ ਤਾਂ ਟ੍ਰੇਨਿੰਗ ਦੇਣ ਵਾਲੇ ਵੀ ਜਨਰਲ ਸ਼ਬੇਗ ਸਿੰਘ ਸੀਗੇ, ਲੈਫਟੀਨੈਂਟ ਜਨਰਲ। ਜਦ ਲੈਫਟੀਨੈਂਟ ਜਨਰਲ ਇੰਡੀਅਨ ਅਕੈਡਮੀ, ਜਿੱਥੇ ਆਰਮੀ ਦੀ ਐਲੀਟ ਅਕੈਡਮੀ ਵਿੱਚ ਟ੍ਰੇਨਿੰਗ ਦੇਣ ਲਈ ਬੁਲਾਏ ਗਏ ਸੀ, ਕਿਉਂਕਿ ਉਹਨਾਂ ਨੇ 47 ਤੋਂ ਪਹਿਲਾਂ ਬ੍ਰਿਟਿਸ਼ ਆਰਮੀ ਦੇ ਵਿੱਚ ਲੜੇ। ਉਸ ਤੋਂ ਬਾਅਦ ਇੰਡੀਅਨ ਆਰਮੀ ਦੇ ਵਿੱਚ ਆ ਕੇ ਚਾਈਨੀਜ਼ ਦੇ ਖਿਲਾਫ, ਪਾਕਿਸਤਾਨੀਆਂ ਦੇ ਖਿਲਾਫ, ਬੰਗਲਾਦੇਸ਼ ਦੀ ਲਿਬਰੇਸ਼ਨ ਕਰਾਈ। ਉਹ ਸਾਰੀਆਂ ਚੀਜ਼ਾਂ ਤੋਂ ਨਿਕਲਦੇ ਹੋਏ ਇੱਕ ਡੈਕੋਰੇਟਿਡ ਆਫੀਸਰ ਸੀ। ਉਹਨਾਂ ਨੂੰ ਜਿਨ੍ਹਾਂ ਨੇ ਟ੍ਰੇਨ ਕੀਤਾ, ਉਹ ਜਿਹਦਾ ਵਰਜਨ ਇੰਡੀਅਨ ਡਿਫੈਂਸ ਰਿਵਿਊ ਵੀ ਨਹੀਂ ਮੰਨਦਾ ਕਿ KS ਬਰਾੜ ਝੂਠ ਬੋਲ ਰਿਹਾ, ਅੱਜ ਵੀ ਉਹਦਾ ਵਰਜਨ BBC ਹਿੰਦੀ ਦੇ ਰਹੀ ਆ। ਮਤਲਬ ਕਿ ਉਸ ਵੇਲੇ ਦੇ ਜਿਹੜੀ ਇੰਦਰਾ ਗਾਂਧੀ ਦਾ ਵਰਜਨ ਆ, ਉਸ ਵੇਲੇ ਦਾ ਜਿਹੜਾ ਲੈਫਟੀਨੈਂਟ ਜਨਰਲ SK ਸਿਨਹਾ, ਜਿਹਨੂੰ ਅਸੀਂ ਇੰਡੀਆ 'ਚ ਲੈਫਟੀਨੈਂਟ ਜਨਰਲ ਕਹਿੰਦੇ ਆ, ਉਹਦਾ ਵਰਜਨ ਨਹੀਂ ਦੱਸਿਆ ਜਾ ਰਿਹਾ, ਜਿਹੜਾ ਕਹਿ ਰਿਹਾ ਕਿ ਭਿੰਡਰਾਂਵਾਲੇ ਨੇ ਬਿਲਕੁਲ ਠੀਕ ਕੀਤਾ। ਕਹਿੰਦਾ ਮੈਂ ਸ਼ਪਥ ਓਥ ਲਈ ਆ ਕੰਟਰੀ ਦੇ ਐਨੀਮੀਜ਼ ਨੂੰ ਮਾਰਨ ਲਈ, ਆਪਣੇ ਕੰਟਰੀਮੈਨ ਨੂੰ ਮਾਰਨ ਲਈ ਨਹੀਂ ਦਿੱਤੀ। ਤੇ ਇੱਥੇ ਮੈਨੂੰ ਦੱਸਿਆ ਜਾ ਰਿਹਾ ਤੇ ਮੈਨੂੰ ਪੁੱਛਿਆ ਜਾ ਰਿਹਾ ਕਿ ਜਿਹੜੇ ਜਰਨੈਲ ਸਿੰਘ ਭਿੰਡਰਾਂਵਾਲੇ ਸੰਤ ਨੇ, ਕਿ ਇਹਨਾਂ ਨੇ ਉੱਥੇ ਰਹਿ ਕੇ ਠੀਕ ਕੀਤਾ, ਕਿਉਂਕਿ ਅੱਜ ਵੀ ਇਹ ਸਵਾਲ ਉੱਠਦਾ। ਕਹਿੰਦੇ ਬਿਲਕੁਲ ਠੀਕ ਕੀਤਾ। ਮੇਰੇ ਘਰ ਤੇ ਕੋਈ ਅਟੈਕ ਕਰਨ ਆਵੇ ਤੇ ਮੈਂ ਉੱਥੇ ਰੁਕ ਕੇ ਉਹਦੀ ਰਾਖੀ ਨਾ ਕਰਾਂ, ਤੇ ਇੱਥੇ ਤਾਂ ਉਹਨਾਂ ਦਾ ਆਪਣਾ ਘਰ ਵੀ ਹੈ ਨਹੀਂ, ਇਹ ਤਾਂ ਸਮੁੱਚੀ ਕੌਮ ਦਾ ਘਰ ਆ। ਬਿਲਕੁਲ ਠੀਕ ਕੀਤਾ ਸੀ ਸੰਤਾਂ ਨੇ। ਇਹ ਉਹ ਬੰਦਾ ਕਹਿ ਰਿਹਾ ਜਿਹਨੇ ਅਟੈਕ ਦੀ ਤਿਆਰੀ ਕੀਤੀ 18 ਮਹੀਨੇ ਪਹਿਲਾਂ।
ਸੋ ਉਸ ਵੇਲੇ ਦੇ ਪਲੇਅਰ ਉਹਨਾਂ ਨੂੰ ਹਟਾ ਕੇ AS ਵੈਦਿਆ ਨੂੰ ਲਿਆਇਆ ਜਾਂਦਾ ਜਿਹੜਾ ਯੈਸਮੈਨ ਆ। ਈਵਨ ਇੰਡੀਆ ਨੇ ਆਪਣੇ ਲਾਅ ਤਿੱਕਰ ਫੋਲੋ ਨਹੀਂ ਕੀਤੇ ਕਿਉਂਕਿ ਇੰਡੀਆ ਦੇ ਵਿੱਚ ਆਰਮੀ ਦਾ ਕਮਾਂਡਰ ਇਨ ਚੀਫ ਪ੍ਰੈਜ਼ੀਡੈਂਟ ਆ, ਉਹਨੂੰ ਵੀ ਬਾਈਪਾਸ ਕੀਤਾ ਗਿਆ ਕਿਉਂਕਿ ਜ਼ੈਲ ਸਿੰਘ ਨੇ ਸਾਈਨ ਨਹੀਂ ਕੀਤੇ। ਸੋ ਟੈਕਨੀਕਲੀ ਇੰਡੀਆ ਨੇ ਲੀਗਲ ਆਪਣੇ ਸਿਸਟਮ ਫੋਲੋ ਨਹੀਂ ਕੀਤੇ। ਇਹ ਇੱਕ ਡਿਕਟੇਟੋਰੀਅਲ ਸਿਸਟਮ ਦੇ ਵਿੱਚ ਆ ਕੇ ਯੈਸਮੈਨ ਵਾਲੇ ਜਨਰਲਸ ਨੂੰ ਇਕੱਠਾ ਕਰਕੇ ਉਹਨਾਂ ਨੂੰ ਇਕੱਠਾ ਕਰਕੇ ਅਟੈਕ ਕਰਾਇਆ। ਤੇ ਇਧਰਲੇ ਪਾਸੇ ਕੌਣ ਆ? ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਥੇਦਾਰ ਦੇ ਰੂਪ ਵਿੱਚ ਨੇ। ਤੇ ਜਦੋਂ ਉਹਨਾਂ ਦੇ ਅੱਗੇ ਵਰਡ ਸੰਤ ਲੱਗ ਗਿਆ, ਸੰਤ ਦਾ ਮਤਲਬ ਹੁੰਦਾ ਜਿਹੜਾ ਸੱਤ ਬੋਲਦਾ ਨਹੀਂ ਇਕੱਲਾ, ਜਿਹੜਾ ਸੱਚ ਨੂੰ ਜੀ ਰਿਹਾ। ਉਹ ਸੱਚ ਨੂੰ ਜੀ ਰਹੇ ਸੀ। ਤੇ ਸ਼ਬੇਗ ਸਿੰਘ ਨੂੰ ਜਦ 76 ਦੇ ਵਿੱਚ ਵਿਦਆਊਟ ਟਰਾਇਲ ਉਹਨਾਂ ਨੇ ਕੋਰਟ ਮਾਰਸ਼ਲ ਕਰਕੇ ਕੱਢਿਆ, ਪੋਲਿਟਿਕਸ ਵਿੱਚ ਲਿਆ ਕੇ ਕਿ ਇਹ ਫੁੱਲ ਜਨਰਲ ਦਾ ਬਣ ਜਾਵੇ। ਉਸ ਵੇਲੇ ਜਦੋਂ ਅੰਮ੍ਰਿਤਸਰ ਆਏ, ਜਿਹੜਾ ਉਹਨਾਂ ਦਾ 8 ਸਾਲ ਦਾ ਸਫ਼ਰ ਆ 76 ਤੋਂ ਲੈ ਕੇ 84 ਦਾ, ਲੈਫਟੀਨੈਂਟ ਮੇਜਰ ਜਨਰਲ ਸ਼ਬੇਗ ਸਿੰਘ ਦਾ, ਉਹਨਾਂ ਦਾ ਐਕਚੁਅਲੀ ਨਾਂ ਸ਼ਾਬੇਗ ਸਿੰਘ ਆ। ਉਹ ਕਹਿੰਦੇ ਕਿ ਮੈਂ ਅੰਮ੍ਰਿਤਸਰ ਆ ਕੇ ਦੇਖਿਆ ਕਿ ਕਿਹੜਾ ਦਮ ਵਾਲਾ ਬੰਦਾ। ਕਹਿੰਦੇ ਇੱਕੋ ਬੰਦਾ ਸੱਚ ਬੋਲਦਾ ਸੀ, ਨਾ ਉਹ ਲੋਂਗੋਵਾਲ ਸੀ, ਨਾ ਉਹ ਤੋੜਾ ਸੀ, ਨਾ ਉਹ ਬਾਦਲ ਸੀ, ਉਹ ਭਿੰਡਰਾਂਵਾਲਾ ਸੀ। ਇਸੇ ਕਰਕੇ ਉਹ ਜਰਨੈਲਾਂ ਦੇ ਜਰਨੈਲ ਖਾਏ ਨੇ, ਨਾ ਵੀ ਉਹਨਾਂ ਦਾ ਜਰਨੈਲ ਸਿੰਘ ਆ ਕਿਉਂਕਿ ਇੰਡੀਆ ਦੇ ਮੋਸਟ ਡੈਕੋਰੇਟਡ ਸੋਲਜਰ ਜਿਨ੍ਹਾਂ ਨੇ ਇੰਡੀਆ ਨੂੰ ਸਰਵ ਕਰਨ ਲਈ ਆਪਣੇ ਕੇਸ ਤੱਕ ਕਤਲ ਕੀਤੇ। ਸ਼ਬੇਗ ਸਿੰਘ ਦੀ ਗੱਲ ਕਰ ਰਹੇ ਹਾਂ, ਜਿਹੜੇ ਕਹਿੰਦੇ ਮੇਰੀ ਮਾਂ ਨੇ ਜਪਜੀ ਸਾਹਿਬ ਪੜ੍ਹ ਕੇ ਮੈਨੂੰ ਸਿਖਾਇਆ ਸੀ ਕਿ ਸਿੱਖੀ ਕੀ ਆ। ਕਹਿੰਦੇ ਮੈਂ ਦੇਖਿਆ ਇਹਨਾਂ ਲਈ ਸਭ ਕੁਝ ਕੀਤਾ, ਬਟ ਇਹਦੇ ਨਾਲ ਸਾਡੀ ਡਿਸਕ੍ਰਿਮੀਨੇਸ਼ਨ ਜਾਰੀ ਆ। ਇਹ 76 ਦੀ ਗੱਲ ਦੱਸ ਰਿਹਾ ਮੈਂ। ਡਿਸਕ੍ਰਿਮੀਨੇਸ਼ਨ ਉਸ ਤੋਂ ਪਹਿਲਾਂ ਦੀ ਚੱਲ ਰਹੀ ਆ। ਫਿਰ ਇੱਕ ਪੋਲੀਟੀਕਲ ਹਾਲਾਤ ਬਣਦੇ ਨੇ, ਉਹਨਾਂ ਹਾਲਾਤਾਂ ਦੇ ਵਿੱਚ ਇਧਰਲੀ ਸਾਈਡ ਤੇ ਅਕਾਲ ਤਖਤ ਦੇ ਨਿਯਮ ਨੂੰ, ਜਿਵੇਂ ਤੁਸੀਂ ਕਿਹਾ ਅਬਦਾਲੀ ਨੇ ਅਟੈਕ ਕੀਤਾ, ਅਬਦਾਲੀ ਦੇ 6ਵੇਂ ਅਟੈਕ ਵੇਲੇ ਬਾਬਾ ਗੁਰਬਖਸ਼ ਸਿੰਘ ਨਿਹੰਗ ਆਪਣੇ ਸਾਥੀਆਂ ਨਾਲ ਖੜ ਕੇ ਦਰਬਾਰ ਸਾਹਿਬ ਨੂੰ ਡਿਫੈਂਡ ਕਰਦੇ ਨੇ ਤੇ ਸ਼ਹਾਦਤ ਦੀ ਦਾਤ ਪ੍ਰਾਪਤ ਕਰਦੇ ਨੇ। ਇਸੇ ਤਰੀਕੇ ਨਾਲ ਸਿੱਖ ਨਜ਼ਰੀਏ ਤੋਂ 84 ਦੇ ਵਿੱਚ ਜੋ ਕੀਤਾ ਗਿਆ ਉਹ ਇਲੀਗਲ ਐਕਟ ਸੀਗਾ। ਇੰਡੀਅਨ ਡਿਫੈਂਸ ਰਿਵਿਊ ਨੇ ਆਪ ਕਿਹਾ ਕਿ ਇਹਦੇ ਵਿੱਚ ਕੋਈ ਆਪਰੇਸ਼ਨਲ ਸਕਸੈਸ ਨਹੀਂ ਹੈਗੀ। ਤੇ ਉਸ ਨਜ਼ਰੀਏ ਨੂੰ ਵੀ ਦੇਖੋਗੇ ਤਾਂ ਵੀ ਫੇਲੀਅਰ ਹੈ। ਜੇ ਸਿੱਖ ਨਜ਼ਰੀਏ ਤੋਂ ਦੇਖੋਗੇ, ਨਾ ਤੁਸੀਂ ਤੇ ਨਾ ਮੈਂ ਨਾ ਕਿਸੇ ਹੋਰ ਨੇ ਅੱਜ ਗੱਲ ਕਰਨੀ ਸੀ ਉਹਨਾਂ ਦੀ ਜੇ ਉੱਥੇ ਖੜ ਕੇ ਕਿਸੇ ਨੇ ਡਿਫੈਂਸ ਨਹੀਂ ਕਰਨੀ ਸੀ। ਤੇ ਇਹਨਾਂ ਨੇ ਪੂਰੀ ਡਿਫੈਂਸ ਦਿੱਤੀ ਆ ਤੇ ਆਪਣੀ ਸ਼ਹਾਦਤ ਦਾ ਜਾਮ ਪੀਤਾ। ਇਹ ਲਾੜੇ ਬਣੇ ਨੇ। ਇਹ ਪ੍ਰੋਫੈਸਰ ਪੂਰਨ ਸਿੰਘ ਵੀ ਇਹੀ ਆਖਦੇ ਨੇ ਕਿ ਡੈਥ ਇਜ਼ ਦਾ ਬਰਾਈਡ ਆਫ ਦਾ ਬਰੇਵ। ਇਹ ਸੂਰਮ ਗਤੀ ਵਾਲੇ ਲੋਕ ਨੇ। ਇਹਨਾਂ ਦੇ ਬਾਰੇ ਹੁਣ ਸਤਿੰਦਰ ਸਰਤਾਜ ਵਰਗੇ ਵੀ ਗਾਣੇ ਗਾਉਂਦੇ ਨੇ। ਇਸੇ ਕਰਕੇ ਸਾਡੀ ਦਾਸਤਾਨ ਜਾਰੀ ਹੈ ਤੇ ਦਾਸਤਾਨ ਜਾਰੀ ਰਹੂਗੀ। ਇਹ ਇੱਕ ਸਿੱਖ ਨਜ਼ਰੀਆ ਘੱਲੂਘਾਰਿਆਂ ਦਾ। 12:28 ਹੋ ਗਏ ਤੇ ਮੇਰੇ ਨਾਲ ਗੱਲਬਾਤ ਕਰ ਰਹੇ ਨੇ ਹਰਿੰਦਰ ਸਿੰਘ। ਅੱਛਾ ਭਾਈ ਸਾਹਿਬ, ਹੁਣ ਇਹ ਜਦ ਘਟਨਾਵਾਂ ਅਨਫੋਲਡ ਹੁੰਦੀਆਂ ਨੇ, ਤਿੰਨ ਧਿਰੀ ਗੱਲ ਚੱਲ ਰਹੀ ਹੈ। ਸੰਤ ਜਰਨੈਲ ਸਿੰਘ ਖਾਲਸਾ ਨੇ ਆਪਣੀ ਵਿਰਾਸਤ ਸਾਂਭ ਲਈ, ਸੰਤ ਕਰਤਾਰ ਸਿੰਘ ਖਾਲਸਾ ਦੀ, ਜਾਂ 18ਵੀਂ ਸਦੀ ਜਾਂ 1699 ਤੋਂ ਹੀ ਜਦ ਤੋਂ ਕੌਮ ਸਾਜੀ ਹੈ, ਜਦ ਕੋਈ ਵੀ ਸਮਾਜਿਕ ਤੇ ਮਾਨਸਿਕ ਗੁਲਾਮ ਕਰਨ ਦੀ ਕੋਸ਼ਿਸ਼ ਕਰਦਾ ਮਨੁੱਖਤਾ ਨੂੰ, ਤਾਂ ਕੌਮ ਇੰਟਰਵੀਨ ਕਰਦੀ ਹੈ। ਈਬਨ ਬਹਾਦਰ ਸ਼ਾਹ ਦੇ ਨਾਲ ਸੰਤ ਦਸਵੇਂ ਪਾਤਸ਼ਾਹ ਜਦ ਗੱਲ ਕਰ ਰਹੇ ਨੇ, ਉਹ ਜਦ ਕਹਿੰਦਾ ਵੀ ਮੇਰੇ ਤੋਂ ਇਹ ਰਾਜ ਪ੍ਰਬੰਧ ਨਹੀਂ ਬਦਲ ਹੋਣਾ, ਤਾਂ ਬਾਬਾ ਬੰਦਾ ਸਿੰਘ ਬਹਾਦਰ ਆਉਂਦਾ। ਰਵਾਲਸਰ ਦੀ ਮੀਟਿੰਗ ਪਹਾੜੀ ਰਾਜਿਆਂ ਦੇ ਨਾਲ ਕਲੀਅਰ ਸਾਈਨ ਆ ਵੀ ਤੁਸੀਂ ਇਕੱਠੇ ਹੋਵੋ, ਇਹ ਧੱਕਾ ਹੋ ਰਿਹਾ। ਇਸੇ ਤਰ੍ਹਾਂ 18ਵੀਂ ਸਦੀ 'ਚ ਅਬਦਾਲੀ ਉਹਨਾਂ ਦਾ ਨਾਂ ਲਿਆ। ਅਬਦਾਲੀ ਸਾਨੂੰ ਸਿੱਧਾ ਕੁਛ ਨਹੀਂ ਸੀ ਕਹਿੰਦਾ। ਅਬਦਾਲੀ ਜਦ ਜ਼ੁਲਮ ਕਰਕੇ ਮੁੜਦਾ ਉਹਨੂੰ ਫਿਰ ਉਹਦਾ ਵਜ਼ਨ ਹਲਕਾ ਕਰਦੇ। ਇਹ ਵੀ ਆ ਗਈ ਗੱਲ ਵੀ ਇੱਕ ਬੰਨੇ ਸੰਤ ਜਰਨੈਲ ਸਿੰਘ ਨੇ ਜਿਹੜੇ ਕਹਿੰਦੇ ਨੇ ਵੀ ਜਿਨ੍ਹਾਂ ਨੇ ਭਾਂਪ ਲਿਆ ਕਿ ਗੁਲਾਮ ਹੈ, ਅਸੀਂ ਗੁਲਾਮੀ ਗਲੋਂ ਲਾਉਣੀ ਹੈ। ਇੱਕ ਬੰਨੇ ਅਕਾਲੀ ਲੀਡਰਸ਼ਿਪ ਹੈ ਜਿਹੜੀ ਗੱਲ ਇਹ ਕਰ ਰਹੀ ਹੈ ਵੀ ਨਹੀਂ ਸਰਕਾਰ ਚੇਂਜ ਕਰ ਦਿਓ, ਅਸੀਂ ਹੋ ਗਏ ਤਾਂ ਅਸੀਂ ਇਹਨੂੰ ਠੀਕ ਕਰ ਦਾਂਗੇ। 78 ਦੇ ਵਿੱਚ ਜਦ ਇਹ ਸਾਕਾ ਵਰਤਦਾ ਆਪਣਾ ਅਪ੍ਰੈਲ ਦਾ, ਉਸ ਸਮੇਂ ਮੁੱਖ ਮੰਤਰੀ ਬਾਦਲ ਹੋਣੀ। ਉਧਰੋਂ ਇੰਦਰਾ ਜਾਦੇ ਦੇ ਵਿੱਚ ਛਲ ਕਪਟ ਕਰ ਰਹੀ ਹੈ। ਨਾਲ ਤੀਜਾ ਇੱਕ ਸਟੇਸ਼ਨ ਮਾਸ਼ਾ ਪ੍ਰੈਸ ਦਾ, ਜਿਹੜੇ ਪ੍ਰੋ ਨਿਰੰਕਾਰੀ ਆਈਡੀਓਲੋਜੀ ਤੇ ਜਿਹਨੇ 70,000 ਤੋਂ ਆਪਣੀ ਪਬਲੀਕੇਸ਼ਨ 2.5 ਲੱਖ ਕਰ ਲਈ 2 ਸਾਲਾਂ 'ਚ, ਉਹ ਪੁਣ ਕੇ ਮਸਾਲਾ ਲਾਉਂਦਾ ਕੌਮ ਦੇ ਜ਼ਖਮਾਂ ਤੇ ਇਹ ਗੱਲ ਜਦ ਚੱਲਦੀ ਹੈ ਕਿ ਇੰਦਰਾ ਇੱਕ ਬੰਨੇ ਡਾਇਲੌਗ ਕਰ ਰਹੀ ਹੈ ਅੰਦਰ ਮਿਲਟਰੀ ਫੜੇ ਹੋਏ ਆਪਣੇ ਅਕਾਲੀ ਲੀਡਰਸ਼ਿਪ ਨਾਲ, ਇੱਕ ਬੰਨੇ ਸੰਤਾਂ ਨਾਲ ਸਿੱਧਾ ਉਹ ਸੰਤ ਉਸ ਨੂੰ ਸਿੱਧਾ ਕਹਿ ਰਹੇ ਨੇ ਤੂੰ ਇਹ ਧੱਕਾ ਕਰਦੀ ਹੈ। ਤੇ ਇਹ ਜਿਹੜਾ ਧਰਮਯੁੱਧ ਮੋਰਚਾ ਸ਼ੁਰੂ ਹੋ ਗਿਆ ਕਪੂਰੀ ਤੋਂ, ਸੰਤਾਂ ਨੇ ਜਦ ਸ਼ੁਰੂ ਕਰ ਦਿੱਤਾ, ਅਮਰੀਕ ਸਿੰਘ ਠਾਰਾ ਸਿੰਘ ਦੀ ਜਿਹੜੀ 51 ਦੇ ਜਥੇ ਜਾਣੇ ਲੱਗ ਗਏ ਤੇ ਬਾਕੀ ਜਥੇ ਨਾਲ ਬਾਕੀ ਦਲ ਨਾਲ ਆ ਕੇ ਸਾਂਝਾ ਧਰਮਯੁੱਧ ਮੋਰਚਾ ਸ਼ੁਰੂ ਹੋ ਜਾਂਦਾ। ਉਹ ਜਿਹੜਾ ਡਾਇਲੌਗ ਹੈ
ਇਹ ਸਾਨੂੰ ਸਮਝਾਇਓ ਕਿ ਜਿਹੜੀ ਅਕਾਲੀ ਲੀਡਰਸ਼ਿਪ ਮਿਲ ਰਹੀ ਹੈ ਸੈਂਟਰ ਦੇ ਨਾਲ, ਕੀ ਉਹ ਬਦਖੋਈ ਚੋਂ ਮਿਲ ਰਹੀ ਹੈ ਜਾਂ ਉਹ ਲੀਡਰਸ਼ਿਪ ਇਸ ਤੌਰ ਤੇ ਮਿਲ ਰਹੀ ਹੈ ਵੀ ਅਸੀਂ ਕਿਵੇਂ ਨਾ ਕਿਵੇਂ ਇਸ ਨੂੰ ਡੀ ਐਸਕੇਲੇਟ ਕਰ ਦਈਏ, ਤੇ ਜਾਂ ਉਹ ਇਸ ਗੱਲ ਤੇ ਬੈਠੀ ਹੈ ਕਿ ਸੰਤਾਂ ਨੂੰ ਮੰਨਫੀ ਕਿਵੇਂ ਕਰੀ। ਉਹ ਜਿਹੜਾ ਸਾਮ-ਦਾਮ ਦੰਡ ਭੇਦ ਸ਼ਸਤਰ ਤੇ ਸ਼ਸਤਰ ਦੀ ਵਿਧੀ ਹੈ ਜਿਹੜੀ ਉਸ ਪਟਰਾਣੀ ਦੀ, ਉਹਨੂੰ ਸਮਝਾਇਓ ਵੀ ਉਸਨੇ 84 ਤੱਕ ਇਸ ਨੂੰ ਫਿਰ ਲੈ ਕੇ ਕਿਵੇਂ ਜਾਂਦਾ। ਜ਼ਰੂਰ ਜੀ। ਆਈ ਥਿੰਕ ਬੇਸਿਕਲੀ ਹੁਣ ਅਸੀਂ ਇਹ ਗੱਲ ਆ ਰਹੀ ਆ ਕਿ ਜਿਹੜੀ ਸਿੱਖ ਲੀਡਰਸ਼ਿਪ ਹੈਗੀ ਆ, ਪੋਲੀਟੀਕਲ ਲੀਡਰਸ਼ਿਪ ਜਾਂ ਜਿਹੜੀ ਨੋਮੀਨੇਟਿਵ ਹੈ ਜਾਂ ਇਲੈਕਟਿਡ ਰਿਗਾਰਡਲੈਸ, ਉਹਦਾ ਕੀ ਰੋਲ ਰਿਹਾ ਇਸ ਸੰਤਾਪ ਨੂੰ ਜਾਂ ਇਸ ਘੱਲੂਘਾਰੇ ਨੂੰ, ਉਹਦੇ ਨਾਲ ਕਿਵੇਂ ਨਜਿੱਠਣ ਦੀ ਲੋੜ ਹੈ ਤੇ ਅੱਜ ਦੇ ਉਹਦੇ ਲੈਸਨ ਕੀ ਨੇ। ਮੈਂ ਤਿੰਨਾਂ ਚੀਜ਼ਾਂ ਵੱਲ ਇਸ਼ਾਰਾ ਕਰਾਂਗਾ। ਸੋ ਇਹਦੇ 'ਚ ਹਿਸਟੋਰੀਕਲ ਗੱਲ ਕਰੀਏ ਪਹਿਲਾਂ। ਦੇਖੋ ਹਿਸਟੋਰੀਕਲ ਬੜੀ ਕਲੀਅਰ ਗੱਲ ਆ, ਉਹ ਅੱਜ ਵੀ ਇਦਾਂ ਹੀ ਹੋਊ ਕਿ ਜਿਹੜੀ ਵੀ ਐਡਮਿਨਿਸਟ੍ਰੇਟਿਵ ਜਾਂ ਸਿਵਲ ਜਾਂ ਇਲੈਕਟਿਡ ਲੀਡਰਸ਼ਿਪ ਹੁੰਦੀ ਆ ਨਾ, ਉਹਦਾ ਹੀ ਕੰਮ ਹੁੰਦਾ ਕਿ ਉਹ ਗਵਰਨੈਂਸ ਨੂੰ ਠੀਕ ਤਰ੍ਹਾਂ ਚਲਾਵੇ। ਜਦ ਉਹ ਠੀਕ ਤਰ੍ਹਾਂ ਨਹੀਂ ਚਲਾ ਰਹੀ ਹੁੰਦੀ ਤੇ ਜਦ ਉਹਦੀ ਅੱਤ ਹੋ ਜਾਂਦੀ ਆ, ਜਦ ਉਹਦੀ ਹਿਪੋਕ੍ਰੇਸੀ 1 ਜਾਂ 2 ਜਾਂ 3 ਨਹੀਂ ਚੀਜ਼ਾਂ ਵਿੱਚ ਬਟ ਕਈ ਦਹਾਕਿਆਂ ਵਿੱਚ ਸਾਹਮਣੇ ਆ ਜਾਂਦੀ ਆ, ਫਿਰ ਜਿਹੜਾ ਇੱਕ ਸਿੱਖ ਮਾਈਂਡਡ ਮੈਂ ਕਿਉਂ ਕਹਿ ਰਿਹਾ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਨੇ ਹੀ ਇਹ ਕੰਪਲੈਕਸ ਬਣਾਇਆ ਸੀ ਤੇ ਉਹਨਾਂ ਨੇ ਹੀ ਦੱਸਿਆ, ਸ਼ਬਦ ਦੇ ਨਜ਼ਰ ਹੇਠ ਅਸੀਂ ਦੇਖਣਾ ਕਿ ਕਿਸ ਤਰ੍ਹਾਂ ਇਹ ਗੱਲ ਨੂੰ ਦੇਖੀਏ। ਉਹਨਾਂ ਨੇ ਦੱਸਿਆ ਕਿ ਭਗਤਾ ਤੇ ਸਹਿਸਾਰੀਆ ਜੋੜ ਕਦੇ ਨਾ ਆਇਆ। ਇਹ ਗੱਲ ਬਹੁਤ ਸਮਝਣ ਵਾਲੀ ਹੈ ਕਿ ਜਿਹੜਾ ਭਗਤ ਆ, ਮਤਲਬ ਜਿਹੜਾ ਭਗਤੀ ਵਿੱਚ ਕਰ ਰਿਹਾ, ਡਿਵੋਸ਼ਨ ਦੇ ਵਿੱਚ ਆ, ਉਹਦੇ ਪਿਆਰ ਦੇ ਵਿੱਚ ਆ ਰੱਬ ਦੇ, ਵਾਹਿਗੁਰੂ ਦੇ, ਓਂਕਾਰ ਦੇ, ਤੇ ਜਿਹੜਾ ਸਹਿਸਾਰੀ ਹੈਗਾ ਜਿਹੜਾ ਵਰਲਡਲੀ ਆ। ਹੁਣ ਵਰਲਡਲੀ ਬੰਦਾ ਗੇਮ ਬੜੇ ਖੇਡਦਾ, ਤੁਸੀਂ ਤੇ ਮੈਂ ਵੀ ਖੇਡਦੇ ਆ ਤੇ ਪੋਲੀਟੀਸ਼ੀਅਨ ਕਿਸੇ ਹੋਰ ਲੈਵਲ ਤੇ ਖੇਡਦੇ ਆ। ਕਹਿੰਦੇ ਇਹ ਜਿਹੜੇ ਦੋ ਸ਼ਖਸੀਅਤਾਂ ਨੇ, ਦੋ ਪਰਸਨੈਲਿਟੀਜ਼ ਨੇ, ਇਹ ਕਦੇ ਇਕੱਠੀਆਂ ਨਹੀਂ ਹੋ ਸਕਦੀਆਂ ਇਹਨਾਂ ਦੇ, ਕਿਉਂਕਿ ਇਹਨਾਂ ਦੀ ਫਿਤਰਤ ਵੱਖਰੀ ਆ। ਫਿਰ ਉਹ ਗੁਰੂ ਅਰਜਨ ਸਾਹਿਬ ਉਹਦੇ 'ਚ ਦੱਸ ਰਹੇ ਨੇ, ਕਹਿੰਦੇ ਉਹ ਕਿਉਂ ਹੈ, ਕਹਿੰਦੇ ਕਿਉਂਕਿ ਜਿਹੜਾ ਭਗਤ ਹੈਗਾ ਨਾ, ਉਹਨੇ ਸੱਚ ਤੇ ਪਹਿਰਾ ਦੇਣਾ। ਸੱਚ ਦਾ ਮਤਲਬ ਸਿਰਫ ਸੱਚ ਬੋਲਣਾ ਨਹੀਂ ਹੁੰਦਾ। ਸੱਚ ਦਾ ਜਿਵੇਂ ਆਪਾਂ ਸਤਨਾਮ ਵਿੱਚ ਆਖਦੇ ਆ ਨਾ, ਮਤਲਬ ਉਹਨੇ ਇਟਰਨਲ ਗੱਲ ਕਰਨੀ ਆ, ਉਹਨੇ ਇਹ ਨਹੀਂ ਦੇਖਣਾ ਕਿ ਇਹਦੇ 'ਚ ਨਫਾ ਜਾਂ ਨੁਕਸਾਨ ਆ। ਠੀਕ ਹੈ ਜੀ। ਤੇ ਜਿਹੜਾ ਸਹਿਸਾਰੀ ਆ, ਉਹ ਕਿਸ ਗੱਲ ਤੇ ਖੜਾ? ਗੁਰੂ ਅਰਜਨ ਪਾਤਸ਼ਾਹ ਕਹਿੰਦੇ ਉਹ ਕੂੜ ਬੋਲਣ ਤੇ ਖੜਾ। ਉਹਨੇ ਟਰੈਸ਼ ਗੱਲਾਂ ਕਰਨੀਆਂ। ਕੂੜ ਦਾ ਮਤਲਬ ਲਿਟਰਲੀ ਟਰੈਸ਼ ਹੁੰਦਾ ਤੇ ਕੂੜ ਦਾ ਫਿਗਰੇਟਿਵ ਮੀਨਿੰਗ ਹੁੰਦਾ ਝੂਠ ਤੇ, ਮਤਲਬ ਲਾਈਜ਼ ਦੇ ਉੱਤੇ ਖੜਾ। ਕਿਉਂਕਿ ਜਦ ਅਸੀਂ ਗੇਮਾਂ ਖੇਡਦੇ ਆ, ਅਸੀਂ ਘਰਾਂ ਦੇ ਵਿੱਚ ਤੇ ਆਪਣੀ ਜਥੇਬੰਦੀਆਂ ਵਿੱਚ ਵੀ ਕਰਦੇ ਆ ਤੇ ਸਰਕਾਰਾਂ ਤਾਂ ਕਰਦੀਆਂ ਨੇ। ਹੁਣ ਗੁਰੂ ਅਰਜਨ ਸਾਹਿਬ ਇਹ ਦੱਸ ਰਹੇ ਨੇ ਕਿ ਇਹਨਾਂ ਦਾ ਕਦੇ ਮੇਲ ਨਹੀਂ ਆਉਂਦਾ। ਤੇ ਜਿਹੜਾ ਭਗਤ ਹੁੰਦਾ ਉਹ ਕੀ ਕਰਦਾ? ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਦੱਸਿਆ ਸਾਨੂੰ, ਭਗਤਾ ਕੀ ਚਾਲ ਨਿਰਾਲੀ। ਉਹ ਨਿਰਾਲੀ ਚਾਲ ਕੀ ਆ ਕਿ ਜਦ ਸਿਸਟਮਸ ਦਾ ਬ੍ਰੇਕਡਾਊਨ ਹੋ ਜਾਵੇ, ਜਦ ਅੱਤ ਹੋ ਜਾਵੇ, ਫਿਰ ਜਿਨ੍ਹਾਂ ਨੂੰ ਅੱਜ ਅਸੀਂ ਐਕਟਿਵਿਸਟ ਕਾਈਂਡ ਕਹਿੰਦੇ ਆ, ਉਹ ਜਿਹੜੇ ਆਊਟਸਾਈਡ ਤੋਂ ਆਉਂਦੇ ਨੇ, ਆਊਟਸਾਈਡ ਤੋਂ ਆ ਕੇ, ਕਿਉਂਕਿ ਗਵਰਨੈਂਸ ਇੰਨੀ ਖਰਾਬ ਹੋ ਗਈ ਹੈ, ਕੋਈ ਵੀ ਸੱਚ ਤੇ ਪੈਰਾ ਨਹੀਂ ਦੇ ਰਿਹਾ, ਫਿਰ ਉਹ ਸੰਤ ਦੇ ਰੂਪ ਵਿੱਚ, ਅਸਲੀ ਅੱਜ ਵਾਲੇ ਸੰਤ ਨਹੀਂ, ਗੁਰਬਾਣੀ ਵਾਲੇ ਸੰਤ, ਬਨਾਰਸ ਕੇ ਠੱਗ ਵਾੜੇ ਨਹੀਂ, ਜਿਹੜੇ ਸਿਰਫ ਬੋਲਦੇ ਨਹੀਂ ਸੱਚ, ਬਟ ਲੋਕੀ ਵੀ ਦੇਖ ਰਹੇ ਨੇ ਕਿ ਇਹ ਸੱਚ ਜੀ ਰਹੇ ਨੇ, ਫਿਰ ਉਹ ਆਉਂਦੇ ਨੇ। ਇਸੇ ਤਰੀਕੇ ਨਾਲ ਜੇ ਅਸੀਂ ਦੇਖਾਂਗੇ, ਜਿਹੜੀ 70s ਤੇ 80s ਦੀ ਪੰਜਾਬ ਵਰਸਸ ਸੈਂਟਰ ਰਿਲੇਸ਼ਨਸ਼ਿਪ ਆ, 70s ਤੇ 80s ਦੀ ਜਿਹੜੀ ਸਿੱਖ ਲੀਡਰਸ਼ਿਪ ਆ, ਉਹਦੇ ਵਿੱਚ ਇਨਕਲੂਡਿੰਗ 84 ਦੇ ਵਿੱਚ ਵੀ ਜਿਹੜੇ ਉਸ ਵੇਲੇ ਕਾਂਗਰਸ ਦੇ ਇਨਸਾਈਡਰਸ ਵੀ ਹੈਗੇ ਨੇ, ਜਿਨ੍ਹਾਂ ਨੂੰ ਅਸੀਂ ਜ਼ੈਲ ਸਿੰਘ ਆਖਦੇ ਆ, ਤਰਲੋਚਨ ਸਿੰਘ ਅਜੇ ਵੀ ਜਿੰਦੇ ਨੇ, ਬੂਟਾ ਸਿੰਘ ਵੀ ਆ, ਇਹਨਾਂ ਦੇ ਕੀ ਰੋਲ ਰਹੇ ਨੇ। ਨਾਲ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਤੋੜਾ, ਜਗਦੇਵ ਸਿੰਘ ਤਲਵੰਡੀ, ਰਾਮੂ ਵਾਲੀਆ, ਕੈਪਟਨ ਅਮਰਿੰਦਰ ਸਿੰਘ, ਇਹ ਵੀ ਉਸ ਵੇਲੇ ਸੀਗੇ। ਇਹਨਾਂ ਦੇ ਕੀ ਰੋਲ ਰਹੇ ਨੇ? ਇਨਫੈਕਟ ਇਸ ਵੇਲੇ ਦੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ, ਹੀ ਇਜ਼ ਔਨ ਰੈਕਰਡ, ਉਹਨਾਂ ਨੇ ਰਿਜ਼ਾਈਨ ਕੀਤਾ 84 'ਚ। ਹੀ ਇਜ਼ ਔਨ ਰੈਕਰਡ ਸੇਇੰਗ ਕਿ ਮੈਂ ਭਿੰਡਰਾਂਵਾੜੇ ਦੀ ਮੀਟਿੰਗ ਰਾਜੀਵ ਗਾਂਧੀ ਨਾਲ ਸੈੱਟ ਕੀਤੀ, ਰਾਜੀਵ ਗਾਂਧੀ ਆਪ ਨਹੀਂ ਆਇਆ। ਮਤਲਬ ਇਹ ਕਿ ਸੰਤ ਤਾਂ ਹਰ ਵੇਲੇ ਡਾਇਲੌਗ ਕਰਨ ਲਈ ਤਿਆਰ ਆ, ਬਟ ਜਿਹਦੇ ਵਿੱਚ ਸੱਚ ਦਾ ਤੇ ਸੰਤ ਦਾ ਕੈਰੈਕਟਰ ਨਹੀਂ ਆ, ਪਰਸਨੈਲਿਟੀ ਹੈ ਨਹੀਂ, ਉਹ ਆਪਣੀਆਂ ਗੇਮਾਂ ਖੇਡਦੇ ਨੇ। ਨਾ ਉਹ ਸਿੱਖਾਂ ਲਈ ਡਿਲੀਵਰੀ ਕਰਾ ਰਹੇ ਨੇ, ਨਾ ਉਹ ਪੰਜਾਬ ਲਈ ਡਿਲੀਵਰੀ ਕਰਾ ਰਹੇ ਸੀ। ਇਸ ਕਰਕੇ ਪੰਜਾਬ ਦਾ ਪੇਂਡੂ ਤੇ ਪੰਜਾਬ ਦਾ ਸ਼ਹਿਰੀ, ਇੰਡੀਆ ਦੇ IPS, IAS ਤੇ IFS ਤੇ ਜਿਹੜੇ ਅਨਪੜ੍ਹ ਸੀ ਤੇ ਪੜ੍ਹੇ ਲਿਖੇ ਸੀ, ਸਾਰਿਆਂ ਨੇ ਦੇਖਿਆ ਕਿ ਜਿਹੜਾ ਇਹ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰੂਪ ਵਿੱਚ ਜਥੇਦਾਰ ਬਣ ਕੇ ਬਾਹਰ ਆਏ ਨੇ, ਆਰਗੈਨਿਕਲੀ ਆਏ ਨੇ, ਪੰਥ ਦੇ ਵਿੱਚ ਨਹੀਂ ਉਹ ਥਾਪੇ ਗਏ ਸੀ, ਸਿਰਫ ਦਮਦਮੀ ਟਕਸਾਲ ਦੇ ਥਾਪੇ ਗਏ ਸੀ।
ਸਾਰੇ ਸਿੱਖਾਂ ਨੇ ਦੇਖਿਆ ਕਿ ਇਹ ਸੱਚ ਬੋਲਦੇ ਨੇ, ਇਸ ਕਰਕੇ ਉਹਨਾਂ ਨੇ ਉਹਨਾਂ ਦੀ ਗੱਲ ਮੰਨੀ ਤੇ ਉਹਨਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ। ਦਿਸ ਇਜ਼ ਦ ਡਿਫਰੈਂਸ ਬਿਟਵੀਨ ਹਿਮ। ਇਹ ਅੱਜ ਦਾ ਵਾਅਦਾ ਵੇ ਮਹਾਵਾਕ ਹੁਕਮ ਵੀ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ। ਸ੍ਰੀ ਹਰਿਮੰਦਰ ਸਾਹਿਬ ਦਾ ਅੱਜ ਦਾ ਹੁਕਮ ਆ, ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ। ਕਿਉਂਕਿ ਪਹਿਲਾਂ ਤੁਹਾਨੂੰ ਪਤਾ ਰੁਪਿਆਂ ਦੇ ਵਿੱਚ, ਕੋਇਨਸ ਦੇ ਵਿੱਚ ਸਿਲਵਰ ਹੁੰਦੀ ਸੀ ਹੈ। ਕਹਿੰਦੇ ਜੇ ਖਰਾ ਕਿਉਂ ਆਖ ਰਹੇ ਨੇ, ਕਿਉਂਕਿ ਇਹਦੇ ਵਿੱਚ ਰੁਪਾ ਸੀ, ਇਹ ਅਸਲੀ ਬੰਦਾ ਜਿਹਨੂੰ ਆਪਾਂ ਕਹਿੰਦੇ ਇਹਦੇ ਵਿੱਚ ਜ਼ੋਰ ਆ। ਜਿਵੇਂ ਜਨਰਲ ਮੇਜਰ ਜਨਰਲ ਸ਼ਾਬੇਕ ਸਿੰਘ ਨੇ ਕਿਹਾ ਕਿ ਇਹ ਬੰਦੇ ਵਿੱਚ ਜੁਰਤ ਨਹੀਂ ਕੱਲੀ, ਇਹ ਸੱਚ ਵੀ ਬੋਲਦਾ। ਇਹੀ ਗੁਰਬਾਣੀ ਦੇ ਲਫ਼ਜ਼ ਨੇ। ਇਸੇ ਕਰਕੇ 84 ਤੋਂ ਬਾਅਦ ਭਾਵੇਂ 3 ਦਹਾਕੇ ਨਿਕਲ ਗਏ, ਬਟ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ 1984 ਦਾ ਮੈਮੋਰੀਅਲ ਲੱਗਿਆ, ਉਹ ਸਾਰੇ ਸਿੱਖਾਂ ਦੇ ਬਿਹਾਫ ਤੇ ਲੱਗਿਆ ਤੇ ਉਹਦੇ ਵਿੱਚ ਦੱਸਿਆ ਗਿਆ ਕਿ ਜਿਵੇਂ 6ਵੇਂ ਅਬਦਾਲੀ ਦੇ ਅਟੈਕ ਨੂੰ ਕਾਊਂਟਰ ਕਰਨ ਲਈ ਸ਼ਹਾਦਤ ਪ੍ਰਾਪਤ ਜਥੇਦਾਰ ਕੌਣ ਸੀਗੇ? ਬਾਬਾ ਗੁਰਬਖਸ਼ ਸਿੰਘ ਨਿਹੰਗ। ਇਸੇ ਤਰੀਕੇ ਨਾਲ 84 ਦੇ ਜਿਹੜੇ ਸੀਗੇ ਉਹਨਾਂ ਦੇ ਉਸ ਵੇਲੇ ਦੇ ਜਥੇਦਾਰ ਸੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ। ਸੋ ਜਿਹੜੇ ਉਹ 70s ਤੇ 80s ਦੀ ਐਕਚੁਅਲ ਪੋਲੀਟੀਕਲ ਤੇ ਐਡਮਿਨਿਸਟ੍ਰੇਟਿਵ ਲੀਡਰਸ਼ਿਪ ਆ ਸਿੱਖਾਂ ਦੀ, ਉਹਦਾ ਇੱਕ ਬੜਾ ਜ਼ਬਰਦਸਤ ਫੇਲੀਅਰ ਸੀ। ਉਸ ਫੇਲੀਅਰ ਨੂੰ ਕਾਊਂਟਰ ਕਰਨ ਲਈ, ਐਡਰੈਸ ਕਰਾਉਣ ਲਈ, ਸੱਚ ਤੇ ਪਹਿਰਾ ਦੇਣ ਲਈ ਤੇ ਜਿਹੜੇ ਬਾਕੀ ਅਖੌਤੀ ਸੰਤ ਸੀ ਉਹਨਾਂ ਨੂੰ ਐਡਰੈਸ ਕਰਨ ਲਈ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਆਰਗੈਨਿਕ ਲੀਡਰਸ਼ਿਪ ਪੰਥ ਵਿੱਚ ਆਈ। ਅੱਛਾ, ਇੱਕ ਭਾਈ ਸਾਹਿਬ, ਇੱਕ ਤਾਂ ਇੰਦਰਾ ਦੀ ਪਰਸਨੈਲਿਟੀ ਨੂੰ ਵੀ ਤੁਸੀਂ ਵਾਚ ਜੇ ਕਰਦੇ ਹੋ ਵੀ ਕਿਵੇਂ ਉਹ ਜਵਾਹਰ ਲਾਲ ਨਹਿਰੂ ਦੇ ਸੋਨੇ ਦਾ ਚਮਚਾ ਮੂੰਹ ਦੇ ਵਿੱਚ ਲੈ ਕੇ ਜੰਮੀ ਤੇ ਹੰਕਾਰ ਉਹਦੇ ਸਿਰ ਤੇ ਹੈ। ਸੰਜੇ ਗਾਂਧੀ ਦਾ ਮਰਨਾ ਤੇ ਪਿਓ ਦੇ ਮਰਨ ਤੋਂ ਬਾਅਦ ਉਹਦਾ ਕੁਰਸੀ ਤੱਕ ਪਹੁੰਚਣ ਦੇ ਲਈ ਬਹੁਤ ਵਿਸ਼ੇਸ਼ ਰੋਲ ਰਹਿਣਾ ਤੇ ਧਰਮ ਪਰਿਵਰਤਨ ਕਰਕੇ ਮੁਸਲਮਾਨ ਦੇ ਨਾਲ ਇੱਕ ਨਾਲ ਵਿਆਹ ਕਰਾਉਣਾ ਤੇ ਇੱਕ ਬਲੱਡ ਲਾਈਨ ਵੀ ਹੈ ਜੇ ਗੰਗੂ ਨਾਲ ਆਪਾਂ ਜੋੜਦੇ ਹਾਂ, ਐਥੈਂਟਿਸਿਟੀ ਜੇ ਉਹਦੀ ਮਿਲ ਜਵੇ। ਇੱਕ ਉਹ ਸੀ, ਇੱਕ ਜਿਹੜਾ ਰਾਸ਼ਟਰਵਾਦ ਦਾ ਹੰਕਾਰ ਸਿਰ ਤੇ ਚੜ ਕੇ ਬੋਲਿਆ। ਕਿਉਂਕਿ ਜੇ ਤਾਂ ਵੱਧ ਅਧਿਕਾਰਾਂ ਦੀ ਗੱਲ ਕੋਈ ਕੇਰਲਾ ਦੇ ਵਿੱਚ, ਤਾਮਿਲਨਾਡੂ 'ਚ ਚੱਲਦੀ ਹੈ, ਬੰਗਾਲ 'ਚ ਚੱਲਦੀ ਹੈ, ਕਮਿਊਨਿਸਟ ਕਰਦੇ ਨੇ ਤਾਂ ਲੈਫਟਿਸਟ ਉਹਦੇ ਹੱਕ 'ਚ ਨੇ। ਪੰਜਾਬ ਦੇ ਵਿੱਚ ਸਾਰੀਆਂ ਧਰਾਵਾਂ ਇਸ ਸੱਚ ਦੇ ਖਿਲਾਫ ਖੜ ਗਈਆਂ। ਮਾਸ਼ਿਆਂ ਨੇ ਤਾਂ ਖੜਨਾ ਹੀ ਖੜਨਾ ਸੀ। ਲੋਟੂ ਟੋਲਾ, ਲੋਟੂ ਬਾਣੀਆ ਜਿਹੜਾ ਸਾਮਰਾਜ ਸੀ ਉਹਨੇ ਤਾਂ ਖੜਨਾ ਹੀ ਖੜਨਾ, ਜਿਹੜਾ ਸਮਾਜਿਕ ਲੁੱਟ ਕਰਦਾ ਸੀ। ਪਰ ਉਹ ਧਿਰਾਂ ਜਿਹੜੀਆਂ ਸੱਚ ਦੇ ਬੁਰਜੂਆ ਤਾਣੇ ਬਾਣੇ ਦੇ ਖਿਲਾਫ ਬੋਲਦੀਆਂ ਸੀ, ਉਹ ਵੀ ਕਾਮਰੇਡ ਮਲਹੋਤਰੇ ਵਰਗੇ ਨੇ ਪਟਿਆਲੇ ਦੀ ਕਾਨਫਰੰਸ ਕਹਿਤਾ ਵੀ ਨਾ ਅਸੀਂ ਤਾਂ ਇੰਦਰਾ ਨਾਲ ਆ। ਤੇ ਰਾਈਟ ਵਿੰਗ ਆਈਡੀਓਲੋਜੀ ਵੀ ਨਾਲ ਆ ਕੇ ਖੜ ਗਈ। ਵਾਜਪਾਈ ਤੇ ਚੌਧਰੀ ਚਰਨ ਸਿੰਘ ਤੇ ਸਭ ਇਕੱਠੇ ਹੋ ਗਏ। ਜੋਗਿੰਦਰ ਸ਼ਰਮਾ ਇੱਕ ਚਿੱਠੀ ਲਿਖ ਕੇ ਲੈ ਕੇ ਜਾਂਦਾ ਹੈ ਇੰਦਰਾ ਵੱਲੋਂ ਆਂਦਰੀ ਪੋਪ ਦੇ ਨਾਲ, ਰਾਸ਼ਟਰਪਤੀ US ਨਾਲ। KGB ਨਾਲ ਖੜ ਗਈ। ਨਿਤਖ ਨੇ ਜਾ ਕੇ UK 'ਚ ਦੱਸਦਾ ਆਰਕਾਈਵਿਸਟ ਨੇ ਵੀ ਕੀ KGB 'ਚ ਹੋਇਆ। ਤੇ ਇੰਗਲੈਂਡ ਦਾ ਸਾਮਰਾਜ ਨਾਲ ਖੜ ਗਿਆ। ਇਹ ਜਿਹੜੀਆਂ ਸੌਫਟ ਪਾਵਰਸ ਵੀ ਨਾਲ ਖੜ ਗਈਆਂ। ਇਸ ਸਾਰੇ ਇੱਕ ਇਕੱਠਿਆਂ ਨੇ ਜਦ ਉਹਨੂੰ ਦੋਗਾ ਦਾ ਰੂਪ ਦੇਤਾ ਤਾਂ ਉਹ ਰਸਤੇ ਚੜ ਕੇ ਅੰਮ੍ਰਿਤਸਰ ਨੂੰ ਤੁਰਿਆ। ਇਸ ਨੂੰ ਜਦ ਕ੍ਰੀਏਸ਼ਨ ਸਾਰੀ ਹੋਈ, ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਤੁਹਾਡਾ ਕੀ ਇਹਦੇ ਤੇ ਇਹ ਆ ਵੀ ਆਮ ਸਹਿਮਤੀ ਕਿਵੇਂ ਹੋਈ? ਬਹੁਤ ਜ਼ਬਰਦਸਤ ਸਵਾਲ ਹੈ ਆਪ ਜੀ ਦਾ। ਥੈਂਕ ਯੂ ਫॉर ਆਸਕਿੰਗ ਦਿਸ। ਕਿਉਂਕਿ ਇੱਥੇ ਹੁਣ ਆਪਾਂ ਜਦ ਅਸੀਂ ਇੰਦਰਾ ਗਾਂਧੀ ਦੀ ਗੱਲ ਕਰਨੀ ਆ ਤੇ ਉਹਦੇ ਦੇ ਕਾਊਂਟਰ ਕਰਨ ਲਈ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕੀਤੀ, ਕਿਉਂਕਿ ਉਹ ਦੋ ਲੀਡਰਸ਼ਿਪਸ ਖੜੀਆਂ ਉਸ ਵੇਲੇ ਦੀਆਂ। ਤੇ ਜਰਨੈਲ ਸਿੰਘ ਭਿੰਡਰਾਂਵਾਲੇ ਵਿੱਚ ਇੱਕ ਮਿਲਟਰੀ ਲੀਡਰਸ਼ਿਪ ਵੀ ਆ ਜਿਹਨੂੰ ਅਸੀਂ ਮੀਰੀ ਪੀਰੀ ਕਹਿੰਦੇ ਆ, ਤੇ ਉਹਦੇ ਵਿੱਚ ਇੱਕ ਸਪਿਰਿਚੁਅਲ ਲੀਡਰਸ਼ਿਪ ਵੀ ਆ। ਸੋ ਇੰਦਰਾ ਗਾਂਧੀ ਨੂੰ ਸਮਝਣਾ ਵੀ ਇਸੇ ਕਰਕੇ ਜ਼ਰੂਰੀ ਆ। ਦੇਖੋ, ਇੰਦਰਾ ਗਾਂਧੀ ਦੇ ਬਾਰੇ ਜਦ ਮੈਂ ਨਹਿਰੂ ਤੋਂ ਜੇ ਦੇਖਾਂ, ਨਹਿਰੂ ਨੇ ਨਾ ਲੈਟਰਸ ਲਿਖੇ ਸੀ ਇੰਦਰਾ ਗਾਂਧੀ ਨੂੰ ਜਦ ਉਹ ਆਕਸਫੋਰਡ ਅਟੈਂਡ ਕਰਦੀ ਸੀ। ਸ਼ੀ ਨੈਵਰ ਗ੍ਰੈਜੂਏਟਡ ਫਰਮ ਦੇਅਰ ਬਾਏ ਦਾ ਵੇ, ਸ਼ੀ ਫਲੰਕਡ ਲੈਟਿਨ ਕਿਉਂਕਿ ਉਸ ਵੇਲੇ ਰਿਕੁਆਇਰਮੈਂਟ ਹੁੰਦਾ ਸੀ। ਸੋ ਉਹਨਾਂ ਦੇ ਨਾਂ 'ਚ ਨਾ ਉਹ ਲੈਟਰ ਲਿਖਦੇ ਹੁੰਦੇ ਸੀ ਇੰਦਰਾ ਗਾਂਧੀ ਨੂੰ, ਉਹਨੂੰ ਤਿਆਰ ਕਰ ਰਹੇ ਸੀ। ਉਹ ਰਾਜੀਵ ਗਾਂਧੀ ਫਾਊਂਡੇਸ਼ਨ ਅੱਜ ਵੀ ਛਾਪਦੀ ਹੈ ਕਿਤਾਬ ਗਲਿੰਪਸਸ ਆਫ ਇੰਡੀਆ। ਉਹਦੇ ਵਿੱਚ ਨਾ ਪਹਿਲੇ 20 ਪੇਜਸ ਵਿੱਚ ਹੀ ਉਹਨਾਂ ਨੇ ਸੰਸਕ੍ਰਿਤ ਦਾ ਇੱਕ ਸ਼ਲੋਕ ਰੈਫਰੈਂਸ ਦਿੱਤਾ, ਜਿਹਦੇ ਵਿੱਚ ਮੈਂ ਬਹੁਤ ਜ਼ਰੂਰੀ ਗੱਲ ਹੈ ਕਿ ਕਿਹੜੀ ਸਾਈਕੀ ਉਹਦੇ ਵਿੱਚ ਪਾਈ ਜਾ ਰਹੀ ਹੈ ਇੰਦਰਾ ਗਾਂਧੀ। ਹਾਲਾਂਕਿ ਉਹਨੇ ਬਗਾਵਤ ਕੀਤੀ ਸੀ ਘਰ ਦੇ ਲੈਵਲ ਤੇ, ਪਰ ਉਹਦੇ ਦਿਮਾਗ ਵਿੱਚ ਕੀ ਪਾਇਆ ਜਾ ਰਿਹਾ। ਤੇ ਉਹਦੇ ਵਿੱਚ ਉਹ ਸ਼ਲੋਕ ਇੱਕ ਲਿਖਦੇ ਨੇ ਕਿ ਇੱਕ ਟੱਬਰ ਨੂੰ ਬਚਾਉਣ ਲਈ ਇੱਕ ਬੰਦੇ ਨੂੰ ਸ਼ਹੀਦ ਕੀਤਾ ਜਾ ਸਕਦਾ, ਇੱਕ ਕਮਿਊਨਿਟੀ ਨੂੰ ਬਚਾਉਣ ਲਈ ਇੱਕ ਪਰਿਵਾਰ ਕੀਤਾ ਜਾ ਸਕਦਾ, ਤੇ ਇੱਕ ਦੇਸ਼ ਨੂੰ ਬਚਾਉਣ ਲਈ ਇੱਕ ਕਮਿਊਨਿਟੀ ਵੀ ਕੀਤੀ ਜਾ ਸਕਦੀ ਹੈ। ਹੁਣ ਇਹ ਸਿਖਾਇਆ ਜਾ ਰਿਹਾ ਉਹਨੂੰ। ਉੱਥੋਂ ਸ਼ੁਰੂ ਕਰੋ।
70s ਵਿੱਚ ਟ੍ਰਿਬਿਊਨ ਪੇਪਰ ਦੇ ਰੈਫਰੈਂਸਸ ਦੇ ਵਿੱਚ ਲਿਖਿਆ ਇੰਦਰਾ ਗਾਂਧੀ ਮੰਨ ਰਹੀ ਆ ਕਿ ਪੰਜਾਬੀ ਸੂਬਾ ਦੇ ਵਿੱਚ ਜੋ ਸਰਕਾਰ ਬੋਲ ਰਹੀ ਆ ਹਿੰਦੁਸਤਾਨ ਦੀ ਉਹ ਗਲਤ ਆ, ਲੇਕਿਨ ਇਹਨਾਂ ਨੂੰ ਇਹੀ ਮਾਫਕ ਹੈ ਇਸ ਕਰਕੇ ਇਹ ਗਲਤ ਲਿਖ ਰਹੀ ਆ ਪੰਜਾਬੀ ਸੂਬਾ ਮੂਵਮੈਂਟ ਬਾਰੇ। ਉਹ ਇਹ ਸਭ ਕੁਝ ਆਬਜ਼ਰਵ ਕਰ ਰਹੀ ਆ। ਫਿਰ ਉਹਦਾ ਇੱਕ ਆਪਣਾ ਪਰਸਨਲ ਇਸ਼ੂ ਚੱਲ ਰਿਹਾ, ਉਹਦੇ ਨਾਲ ਉਹ ਡੀਲ ਕਰ ਰਹੀ ਹੈ ਜਿਹਨੂੰ ਅਸੀਂ ਕਹਾਂਗੇ ਫੈਮਿਲੀ ਰਿਲੇਸ਼ਨਸ਼ਿਪਸ। ਮੈਂ ਇਨਫੈਕਟ ਕਾਲਜ ਡੇਜ਼ ਤੋਂ ਬਾਅਦ ਇੱਕ ਉਹਦੀ ਬਾਇਓਗ੍ਰਾਫੀ ਪੜ੍ਹੀ ਆ, ਨਾਨ ਇੰਡੀਅਨ ਨੇ ਲਿਖੀ ਸੀ, ਕੈਥਰੀਨ ਫਰੈਂਕ ਨੇ। ਜਦ ਮੈਂ ਉਹ ਪੜ੍ਹ ਲਈ ਨਾ ਇੰਦਰਾ ਗਾਂਧੀ ਦੀ, ਆਈ ਫੈਲਟ ਐਕਚੁਅਲੀ ਸੌਰੀ ਫॉर ਹਰ। ਮੈਂ ਸਮਝਦਾ ਜਦ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨੂੰ ਸਤਿਕਾਰ ਨਾਲ ਹੀ ਬੋਲਦੇ ਸੀ, ਕਈ ਵਾਰੀ ਸਾਰਕੈਸਟਿਕਲੀ ਵੀ ਬੋਲਦੇ ਸੀ, ਪਰ ਗਾਲ ਨਹੀਂ ਕਦੇ ਬਕੀ। ਸਾਨੂੰ ਵੀ ਇਹ ਤਰੀਕੇ ਅਪਣਾਉਣੇ ਚਾਹੀਦੇ ਨੇ। ਗੁਰਬਾਣੀ ਦਾ ਤਰੀਕਾ ਇਹ ਆ, ਅਸੀਂ ਫਰਮ ਸਟੈਂਡ ਲੈ ਸਕਦੇ ਹਾਂ, ਅਸੀਂ ਸਖਤ ਬੋਲ ਸਕਦੇ ਹਾਂ, ਬਟ ਅਸੀਂ ਗਾਲਾਂ ਨਹੀਂ ਬਕਦੇ ਕਿਸੇ ਨੂੰ। ਆਈ ਐਕਚੁਅਲੀ ਫੀਲ ਸੌਰੀ ਫॉर ਹਰ। ਬਟ ਜਦ ਉਹਨੇ ਐਮਰਜੈਂਸੀ ਵਿੱਚ ਆਪਣੀ ਪਾਵਰ ਜਦ ਅਸੂਮ ਕਰ ਲਈ, ਜਿਹਦੇ ਵੱਲ ਤੁਸੀਂ ਇਸ਼ਾਰਾ ਕੀਤਾ, ਦੇਖੋ ਜਦ ਕਿਸੇ ਦੀ ਸਾਈਕੋਲੋਜੀਕਲ ਅਪਬ੍ਰਿੰਗਿੰਗ ਹੋਵੇ, ਡਿਸਟਰਬਡ ਹੋਵੇ, ਤੇ ਜਿਹਨੂੰ ਇਹ ਸਿਖਾਇਆ ਜਾ ਰਿਹਾ ਕਿ ਇਹ ਸਾਰੀਆਂ ਚੀਜ਼ਾਂ ਜਾਇਜ਼ ਨੇ ਤੁਹਾਡੇ ਕਲਚਰਲ ਸਿਸਟਮ ਦੇ ਵਿੱਚ, ਤੁਹਾਡੇ ਰਿਲੀਜੀਅਸ ਸਿਸਟਮ ਦੇ ਵਿੱਚ, ਉਹਨੇ ਆ ਕੇ ਉਹ ਸਭ ਕੁਝ ਕੀਤਾ। ਉਹਨੇ ਦੇਖਿਆ ਪੂਰੇ ਹਿੰਦੁਸਤਾਨ ਦੇ ਵਿੱਚ ਪਾਰਟੀ ਲੈਵਲ ਤੇ ਮੈਨੂੰ ਕੋਈ ਆਬਜੈਕਟ ਨਹੀਂ ਕਰਦਾ ਤੇ ਅਕਾਲੀ ਜੇਲ੍ਹ ਭਰ ਕੇ ਆਪਣੇ ਡੱਕੀ ਜਾਂਦੇ ਨੇ। ਉਹਨੂੰ ਐਮਰਜੈਂਸੀ ਸਾਰੀ ਯਾਦ ਸੀ। ਉਹ ਜਿਹੜਾ ਵਾਈ ਦਾ ਕੁਐਸਚਨ ਹੈ ਨਾ, ਉਹਨੇ ਕਿਉਂ ਕੀਤਾ? ਉਹਨੇ ਦੇਖਿਆ ਕਿ ਕੌਮੀ ਲੈਵਲ ਤੇ, ਯੂਨੀਅਨ ਦੇ ਲੈਵਲ ਤੇ ਲੋਕਾਂ ਨੇ ਆਬਜੈਕਟ ਕੀਤਾ, ਕੁਝ ਹੋਰਾਂ ਨੇ ਵੀ ਆਬਜੈਕਟ ਕੀਤਾ। ਜਿਹੜੇ ਇਸ ਵੇਲੇ ਦੇ ਹਿੰਦੁਸਤਾਨ ਦਾ ਰਾਜ ਚਲਾ ਰਹੇ ਨੇ ਉਹ ਸਿੱਖ ਬਣ ਕੇ ਦਰਬਾਰ ਸਾਹਿਬ ਦੇ ਵਿੱਚ ਪਨਾਹ ਵੀ ਲਈ ਉਹਨਾਂ ਨੇ, ਬਟ ਐਟ ਦ ਸੇਮ ਟਾਈਮ ਉਹਨਾਂ ਸਾਰਿਆਂ ਨੇ ਪਾਰਟੀ ਦੇ ਲੈਵਲ ਤੇ ਸਿੱਖਾਂ ਨੂੰ ਆਬਜੈਕਟ ਵੀ ਕੀਤਾ। ਸੋ ਜੋ ਅੱਜ ਹਿੰਦੁਸਤਾਨ ਵਿੱਚ ਹੋ ਰਿਹਾ ਅੱਜ, ਉਹ ਐਗਜ਼ੈਕਟਲੀ ਸੇਮ ਮਾਡਲ ਆ ਜਿਹਨੂੰ ਅੱਜ ਅਸੀਂ ਹਿੰਦੂਤਵਾ ਕਹਿੰਦੇ ਆ। ਉਹ ਇੰਦਰਾ ਗਾਂਧੀ ਦਾ ਸੌਫਟ ਹਿੰਦੂਤਵਾ ਸੀ ਤੇ ਨਹਿਰੂਵੀਅਨ ਪੋਲਿਟਿਕਸ ਦੇ ਵਿੱਚ ਵੀ ਉਹ ਸੌਫਟ ਸੀਗਾ। ਉਹਨਾਂ ਨੇ ਕਦੇ ਵੀ ਇੰਡੀਆ ਦੀ ਹਿਸਟਰੀ ਲਿਖੀ ਨਹਿਰੂ ਨੇ, ਤੇ ਗੁਰੂ ਨਾਨਕ ਸਾਹਿਬ ਵਰਡ ਉਹਦੀ ਪੂਰੀ ਕਿਤਾਬ 'ਚ ਹੈ ਨਹੀਂ, 2000 ਪੇਜ ਦੀ ਕਿਤਾਬ ਆ, ਸਿੱਖਾਂ ਦਾ ਨਾਂ ਹੀ ਹੈ ਨਹੀਂ ਉਹਦੇ 'ਚ। ਉਹਨਾਂ ਨੇ ਸਾਨੂੰ ਕਦੇ ਰੈਕਗਨਾਈਜ਼ ਕੀਤਾ ਹੀ ਨਹੀਂ ਆ। ਉਹਨਾਂ ਨੇ ਸਾਨੂੰ ਸਿਰਫ ਪ੍ਰੋਮਿਸਿਸ ਆਪਣੇ ਵਿੱਚ ਰਲਾਉਣ ਲਈ ਕੀਤੇ ਨੇ। ਇੰਦਰਾ ਗਾਂਧੀ ਨੂੰ ਇਹ ਸਾਰੀ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਆ। ਇੰਦਰਾ ਗਾਂਧੀ ਇਸ ਚੀਜ਼ ਨੂੰ ਕਨਫਰੰਟ ਕਰ ਰਹੀ ਆ ਐਮਰਜੈਂਸੀ ਦੇ ਵੇਲੇ। ਉਸ ਤੋਂ ਬਾਅਦ ਉਹ ਜੋ 77 to 84 ਹੁੰਦਾ, ਉਹੀ ਚੀਜ਼ ਜੋ ਸਿੱਖਾਂ ਨਾਲ ਕੀਤੀ, ਉਹਦੇ ਅਗਲੇ ਰੂਪ ਹੁਣ ਹਾਰਡ ਹਿੰਦੂਤਵਾ ਕਰ ਰਹੀ ਆ, ਜੋ ਇੰਦਰਾ ਗਾਂਧੀ ਨੇ ਐਜ਼ ਏ ਆਟੋਕ੍ਰੈਟਿਕ ਲੀਡਰ ਸੌਫਟ ਹਿੰਦੂਤਵਾ ਨੇ ਕੀਤਾ ਸੀ। ਅੱਛਾ ਜੀ, ਹੁਣ ਇਸ ਨੂੰ ਆਪਾਂ ਜੇ 84 ਤੋਂ ਬਾਅਦ ਦੇ ਅੱਜ ਅਜੋਕੀ ਸਥਿਤੀ ਦੀ ਗੱਲ ਕਰੀਏ, ਬਈ ਅੱਜ ਅਸੀਂ ਕਿੱਥੇ ਖੜੇ ਆ। ਡਾਕਟਰ ਗੁਰਭਗਤ ਸਿੰਘ ਦੀ ਵੀ ਜ਼ਖਮ ਨੂੰ ਸੂਰਜ ਬਣਾਉਣ ਦੀ ਗੱਲ ਆ। ਅੱਜ ਜਿਹੜਾ ਅਸੀਂ ਘੱਲੂਘਾਰੇ ਦੇ ਵਿੱਚ ਇੱਕ ਵਿਕਟਰੀਅਸ ਮੈਂ ਮਾਣ ਦੇ ਨਾਲ ਉਹਨਾਂ ਯੋਧਿਆਂ ਦੀ ਅੱਜ ਮੈਂ ਗੱਲ ਕਰ ਰਿਹਾ, ਸਵੇਰ ਦਾ ਸਮਾਂ ਅੰਮ੍ਰਿਤ ਵੇਲਾ ਹੋਣ ਜਾ ਰਿਹਾ, ਉੱਥੇ ਸ਼ਹੀਦੀ ਸੰਤਾਂ ਦੀ ਹੁਣ ਤੋਂ ਕੁਝ ਘੰਟਿਆਂ ਨੂੰ ਹੋਣੀ ਆ। ਜਿਵੇਂ ਮੇਰੇ 2 ਘੱਲੂਘਾਰੇ ਨੇ ਕੌਮ ਦੇ, ਉਸ ਤਰ੍ਹਾਂ ਹੀ ਇਹ ਘੱਲੂਘਾਰੇ ਨੇ। ਇਹਦੇ ਵਿੱਚ ਅਸੀਂ ਵਿਕਟਮ ਨਹੀਂ ਹੈ, ਅਸੀਂ ਬਰਾਬਰ ਦੀ ਲੜਾਈ ਲੜੀ 72 ਘੰਟੇ ਐਲੀਟ ਫੋਰਸ ਦੇ ਨਾਲ, ਤੇ 303 ਦੇ ਨਾਲ ਵਿਜੇਤਾ ਟੈਂਕਾਂ ਦਾ ਕੋਈ ਮੁਕਾਬਲਾ ਨਹੀਂ। ਅਖੀਰ ਰਣ ਤੱਤੇ ਦੇ ਵਿੱਚ ਜੂਝਦੇ ਉਹ ਸ਼ਹੀਦ ਹੋਏ। ਤੇ ਅੱਜ ਤੱਕ ਕੌਮ ਦੇ ਉਸ ਜਰਨੈਲ ਦੀ ਫੋਟੋ ਤੋਂ ਉਹ ਸਰਕਾਰ ਡਰਦੀ ਹੈ ਜਿਹੜੀ ਨਿਊਕਲੀਅਰ ਵੈਪਨ ਦੀ ਮਾਲਕ। ਅੱਜ ਅਸੀਂ ਕਿੱਥੇ ਖੜੇ ਹਾਂ? ਸਿੱਖ ਕੌਮ ਦੁਨੀਆ ਦੇ ਵਿੱਚ ਅਸੀਂ ਉੱਜੜ ਗਏ, ਉੱਥੋਂ ਉਸ ਧਰਤੀ ਛੱਡ ਕੇ ਆ ਗਏ, ਪਰ ਅਸੀਂ ਅੱਜ ਗੱਲ ਕਰ ਰਹੇ ਹਾਂ ਦੁਨੀਆ ਦੇ ਵਿੱਚ। ਸਾਡੀ ਹਰ ਜਗ੍ਹਾ ਤੇ ਗੱਲ ਹੋ ਰਹੀ ਹੈ। ਹਾਂ, ਸਾਡੇ ਡਿਫਰੈਂਸਿਸ ਨੇ, ਕੋਈ ਕਿਸੇ ਨੂੰ ਕਹਿੰਦਾ, ਕੋਈ ਕੁਛ ਕਹਿੰਦਾ, ਪਰ ਗੱਲ ਇੱਕ ਹੈ, ਇਹਦੀ ਜਸਟੀਫਿਕੇਸ਼ਨ ਕੋਈ ਸਿੱਖ ਨਹੀਂ ਕਰ ਸਕਦਾ। ਜਸਟ ਟੁੱਕੜ ਬੋਝ ਕੋਈ ਕਰ ਸਕਦਾ, ਪਰ 1984 ਦੇ ਇਸ ਘੱਲੂਘਾਰੇ ਦੀ ਕੋਈ ਓਪਨਲੀ ਅੱਜ ਕਹੇਗਾ ਨਾ ਵੀ ਸਰੀ ਦੇ ਕਿਸੇ ਜਗ੍ਹਾ ਤੇ ਜਾ ਕੇ ਮੈਂ ਇਸ ਦੇ ਹੱਕ 'ਚ ਬੋਲ ਸਕਦਾ, ਨਿਊਯਾਰਕ ਦੇ ਕਿਸੇ ਸਕੇਅਰ ਤੇ ਦੇ ਹੱਕ 'ਚ ਬੋਲ ਸਕਦਾ, ਨਹੀਂ ਬੋਲ ਸਕਦੇ। ਇਹ ਜਗ੍ਹਾ ਤੇ ਅਸੀਂ ਖੜੇ ਹਾਂ। ਅੱਜ ਦੱਸੋ ਸਾਡੀ ਸਥਿਤੀ ਕੀ ਹੈ ਤੇ ਸਿੱਖਾਂ ਦਾ ਅਗਲਾ ਪੈਂਤੜਾ ਕੀ ਚਾਹੀਦਾ? ਬਿਲਕੁਲ ਠੀਕ ਜੀ ਗੱਲ। ਇਹਦੇ ਬਾਰੇ ਇੱਕ ਹਿਸਟੋਰੀਕਲ ਗੱਲ ਹੋਰ ਕਰ ਲਾਂ ਕਿ ਦੇਖੋ ਜੋ 84 ਦੇ ਵਿੱਚ ਹੋਇਆ, ਇਹ ਗੱਲ ਖਿਆਲ ਰੱਖੋ ਕਿ ਉਹ ਕਿਸੇ ਪੋਲੀਟੀਕਲ ਮੂਵਮੈਂਟ ਜਾਂ ਇੱਕ ਬੰਦੇ ਤੇ ਅਟੈਕ ਨਹੀਂ ਸੀ, ਉਹ ਸਮੁੱਚੇ ਸਿੱਖ ਜਗਤ ਤੇ ਅਟੈਕ ਸੀ। ਇਹ ਸਮਝਣਾ ਬਹੁਤ ਜ਼ਰੂਰੀ ਆ ਕਿ ਉਸ ਵੇਲੇ ਦੇ ਖੁਸ਼ਵੰਤ ਸਿੰਘ ਵਰਗਿਆਂ ਨੇ ਵੀ ਆਪਣੇ ਮੈਡਲ ਵਾਪਸ ਕਰਤੇ ਸੀ, ਹਾਲਾਂਕਿ ਬਾਅਦ 'ਚ ਜਾ ਕੇ ਉਹਨਾਂ ਨੇ ਸਰਕਾਰ ਦੀਆਂ ਗੱਲਾਂ ਹੀ ਕੀਤੀਆਂ। ਉਸ ਵੇਲੇ ਗੰਡਾ ਸਿੰਘ ਨੇ ਵੀ ਆਪਣੇ ਮੈਡਲ ਵਾਪਸ ਕਰਤੇ ਸੀਗੇ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਸਤੀਫਾ ਦਿੱਤਾ ਸੀ। ਮੈਂ ਜਾਣ ਕੇ ਨਾਂ ਲੈ ਰਿਹਾ ਕਿਉਂਕਿ ਅਸੀਂ ਇਹ ਚੀਜ਼ਾਂ ਵੀ ਭੁੱਲ ਜਾਂਦੇ ਹਾਂ। ਮਤਲਬ ਇਹ ਕੋਈ ਸਿੱਖ ਨਹੀਂ ਸੀ
ਜਿਹੜਾ ਕਹਿੰਦਾ ਸੀ ਇਹ ਠੀਕ ਹੋਇਆ। ਹੁਣ ਉਹ ਸੀ 84। ਹਿੰਦੁਸਤਾਨ ਨੂੰ ਟ੍ਰਾਂਸਫਰ ਆਫ ਪਾਵਰ 47 ਤੋਂ ਲੈ ਕੇ ਹੁਣ ਤੱਕ 72 ਸਾਲ ਤੋਂ ਪੂਰੇ ਹੋ ਗਏ ਨੇ। 36 ਸਾਲ 1984 ਨੂੰ ਹੋ ਗਏ, ਮਤਲਬ ਅੱਧਾ ਟਾਈਮ ਇੰਡੀਆ ਨੇ ਆਪਣਾ ਇੱਕ ਵਾਟਰਸ਼ੈਡ ਮੂਵਮੈਂਟ ਆਇਆ ਸੀ ਸਿੱਖਾਂ ਕਰਕੇ ਇੰਡੀਆ ਦੇ ਵਿੱਚ। ਠੀਕ ਹੈ ਜੀ, ਮੈਂ ਤਾਂ ਇਸ ਤਰ੍ਹਾਂ ਜੋੜ ਰਿਹਾ ਗੱਲ ਨੂੰ ਕਿ 50% ਟਾਈਮ ਨਿਕਲ ਗਿਆ ਇੰਡੀਆ ਦਾ ਜਦ ਇੰਡੀਆ ਹਿਲਾਤਾ ਸੀਗਾ, ਜਿਹੜਾ 5 ਸਦੀਆਂ ਦਾ ਵੈਰ ਜਿਹਨੂੰ ਅਸੀਂ ਆਖਦੇ ਹਾਂ ਰੰਧਾਵਾ ਸਾਹਿਬ ਦੀ ਕਵਿਤਾ ਦੇ ਰਾਹੀਂ। ਹੁਣ ਉਹ ਜਦ ਹੋਇਆ, ਕਈ ਸਿੱਖ ਹੁਣ ਵੀ ਕਹਿੰਦੇ ਜੀ ਸਾਨੂੰ ਇਨਸਾਫ ਨਹੀਂ ਮਿਲਿਆ। ਮੈਂ ਇਹਦੇ ਬਾਰੇ ਗੱਲ ਕਰਾਂਗਾ। ਦੇਖੋ, ਜਾਂ ਤਾਂ ਤੁਸੀਂ ਵਿਕਟਮ ਬਣ ਜਾਓ ਜਾਂ ਤੁਸੀਂ ਜੋ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਸਾਡੀ ਤਾਂ ਜਿਹੜੀ ਪ੍ਰੇਅਰ ਆ ਨਾ, ਸਾਡੀ ਤਾਂ ਅਰਦਾਸ ਵੀ ਆਫ ਦਾ ਵਿਕਟੋਰੀਅਸ ਪੀਪਲ। ਕਿਵੇਂ ਨਹੀਂ ਹੋਇਆ? ਦੇਖੋ, ਕੋਈ ਚੀਜ਼ਾਂ ਹੁੰਦੀਆਂ ਨੇ ਲੀਗਲੀ ਜਿੱਤ ਕੇ, ਕਈ ਚੀਜ਼ਾਂ ਹੁੰਦੀਆਂ ਮਿਲੀਟਰੀਲੀ ਜਿੱਤ ਕੇ, ਕਈ ਚੀਜ਼ਾਂ ਹੁੰਦੀਆਂ ਮਾਫ ਕਰਕੇ। ਹੁਣ ਜੋ 84 ਜੂਨ ਤੋਂ ਲੈ ਕੇ ਅਗਲੇ 2 ਸਾਲ ਦੇਖ ਲਓ, ਮਿਸਿਸ ਗਾਂਧੀ ਇਸ ਦੁਨੀਆ ਤੇ ਨਹੀਂ ਰਹੇ, ਜਨਰਲ ਵੈਦਿਆ ਇਸ ਦੁਨੀਆ ਤੇ ਨਹੀਂ ਰਹੇ, ਉਸ ਤੋਂ ਬਾਅਦ ਜਿਹੜੇ ਦਿੱਲੀ ਦੇ ਕਤਲੇਆਮ ਕਰਨ ਵਾਲੇ ਕਈ ਜਿਹੜੇ ਨਹੀਂ ਰਹੇ। ਸਿੱਖ ਕਦੇ ਵੀ ਸਾਰਿਆਂ ਦੇ ਪਿੱਛੇ ਨਹੀਂ ਜਾਂਦੇ। ਸਿੱਖ ਜਿਹੜੀ ਲੀਡਰਸ਼ਿਪ ਹੁੰਦੀ ਆ ਉਹਦੇ ਨਾਲ ਡੀਲ ਕਰਦੇ ਨੇ। ਅਸੀਂ ਆਮ ਬੰਦੇ ਜਿਹਨਾਂ ਦੇ ਆਰਡਰ ਫੋਲੋ ਕਰਨੇ ਉਹਨਾਂ ਦੇ ਪਿੱਛੇ ਨਹੀਂ ਜਾਂਦੇ। ਇਹ ਸਾਡਾ ਇਤਿਹਾਸ ਹੈਗਾ, ਇਹ ਸਮਝਣ ਦੀ ਲੋੜ ਆ। ਉਸ ਤੋਂ ਬਾਅਦ ਸਾਡਾ ਇੱਕ ਮੂਵਮੈਂਟ ਚੱਲਿਆ ਜਿਨ੍ਹਾਂ ਨੇ, ਕਿਉਂਕਿ ਸੰਤਾਂ ਨੇ ਆਪ ਕਿਹਾ ਸੀਗਾ ਕਿ ਖਾਲਿਸਤਾਨ ਦੀ ਨਹੀਂ ਰੱਖੀ ਜਾਊਗੀ, ਉਦੋਂ ਮੈਂ ਮੰਗਦਾ ਨਹੀਂ ਆ, ਬਟ 47 ਵਾਲੀ ਗਲਤੀ ਵੀ ਨਹੀਂ ਕਰਾਂਗਾ, ਬਟ ਜੇ ਫੌਜ ਆਈ ਤਾਂ ਨਹੀਂ ਰੱਖੀ ਜਾਊ। ਫਿਰ ਉਹ ਮੂਵਮੈਂਟ ਵੀ ਚੱਲਿਆ ਖਾਲਿਸਤਾਨ ਲਈ, ਜਿਹੜਾ 90s ਦੇ ਦਹਾਕੇ ਦੇ ਵਿੱਚ ਆ ਕੇ ਖਤਮ ਹੋ ਗਿਆ ਹਿਊਮਨ ਰਾਈਟਸ ਦੀਆਂ ਜ਼ਬਰਦਸਤ ਵਾਇਲੇਸ਼ਨ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰਕੇ। ਕਹਿਣ ਦਾ ਭਾਵ ਕਿ ਸਰਕਾਰ ਨੇ ਜਿੰਨਾ ਕਰਨਾ ਸੀ ਕਰਤਾ, ਬਟ ਉਸ ਤੋਂ ਬਾਅਦ ਲੀਗਲ ਦੌਰ ਚੱਲਿਆ। ਉਹ ਲੀਗਲ ਦੌਰ ਦੇ ਵਿੱਚ ਵੀ ਪਿਛਲੇ 2 ਸਾਲਾਂ ਵਿੱਚ ਦਿੱਲੀ ਦੀਆਂ ਕੋਰਟਸ ਨੇ ਕਹਿਤਾ, ਉਹਨਾਂ ਨੇ ਐਕਚੁਅਲ ਵਰਡ ਯੂਜ਼ ਕੀਤਾ ਜੈਨੋਸਾਈਡ ਤੇ ਕ੍ਰਾਈਮਸ ਅਗੇਂਸਟ ਹਿਊਮੈਨਿਟੀ। ਇਹ ਬਹੁਤ ਵੱਡੀ ਪ੍ਰਾਪਤੀ ਆ, ਕਿਉਂਕਿ ਦੁਨੀਆ ਦੀ ਕੋਈ ਕੋਰਟ ਇਹ ਕਹਿ ਕੇ ਰਾਜੀ ਨਹੀਂ। ਅਜੇ ਵੀ ਆਰਮੀਨੀਅਨ ਜੈਨੋਸਾਈਡ ਰੈਕਗਨਾਈਜ਼ ਨਹੀਂ ਹੋ ਰਿਹਾ। ਇਹ ਆਪਣੇ ਆਪ 'ਚ ਇੱਕ ਪ੍ਰਾਪਤੀ ਹੋ ਗਈ। ਸੋ ਕੁਝ ਲੀਗਲ ਵਿਕਟਰੀਜ਼ ਹੋਈਆਂ, ਕੁਝ ਮਿਲਟਰੀ ਵਾਲੀਆਂ ਜਿਹਨੂੰ ਅਸੀਂ ਸੋਧਾ ਲਾਉਣ ਦੀਆਂ ਵਿਕਟਰੀਜ਼ ਹੋਈਆਂ, ਕੁਝ ਸਾਨੂੰ ਮਾਫ ਕਰਨ ਦੀ ਕਰਨ ਦੀ ਲੋੜ ਆ, ਉਹ ਅਸੀਂ ਕੀਤੀਆਂ ਵੀ ਨੇ। ਕੁਝ ਕਨਵਰਸੇਸ਼ਨ ਉਸ ਤਰ੍ਹਾਂ ਦੀਆਂ ਸ਼ੁਰੂ ਵੀ ਹੋਈਆਂ ਨੇ। ਸੋ ਇਹ ਜਸਟ ਮੈਂ ਫॉर ਅ ਰੈਕਡ ਕਹਿਣਾ ਚਾਹੁੰਦਾ ਸੀ, ਇਹ ਕਹਿਣਾ ਬੰਦ ਕਰ ਦਿਓ ਸਾਰਾ ਕੁਝ ਸਰਕਾਰਾਂ ਨਹੀਂ ਕਰਦੀਆਂ ਹੁੰਦੀਆਂ। ਸਾਡੀ ਜ਼ਿੰਮੇਵਾਰੀ ਜਿੱਥੇ ਆ ਉਹ ਹੈਗਾ ਕਿ ਸਿੱਖ ਦਾਸਤਾਨ ਯਾਦ ਰੱਖਣੀ। ਸਿੱਖ ਦਾਸਤਾਨ ਯਾਦ ਰੱਖਣ ਵਿੱਚ ਹੈਗਾ ਕਿ ਜਿਹੜਾ ਸਾਡਾ ਮੈਮਰੀ ਤੇ ਜਿਹੜੀ ਸਾਡੀ ਟਰਾਮਾ ਦੇ ਇਸ਼ੂਜ਼ ਨੇ ਅਸੀਂ ਉਹਨਾਂ ਨਾਲ ਵੀ ਡੀਲ ਕਰੀਏ, ਹਨਾ। ਉਹਨਾਂ ਨਾਲ ਅਸੀਂ ਡੀਲ ਨਹੀਂ ਕਰ ਰਹੇ ਹਾਂ ਕਿਉਂਕਿ ਸਾਡੀ ਲਾਈਫ ਦੇ ਵਿੱਚ ਸ਼ਬਦ ਨਹੀਂ ਆ। ਸ਼ਬਦ ਇਹ ਚੀਜ਼ਾਂ ਨਾਲ ਡੀਲ ਕਰਨਾ ਸਿਖਾਉਂਦਾ। ਸ਼ਬਦ ਸਾਡੇ ਮੂੰਹ ਤਿੱਕਰ ਕਿਉਂ ਰਹਿ ਜਾਂਦਾ, ਸਮਾਗਮਾਂ ਤਿੱਕਰ ਕਿਉਂ ਰਹਿ ਜਾਂਦਾ, ਹਨਾ, ਇੰਟਰਫੇਥ ਮੀਟਿੰਗਾਂ ਤਿੱਕਰ ਕਿਉਂ ਰਹਿ ਜਾਂਦਾ। ਸ਼ਬਦ ਤਾਂ ਸਾਡੀ ਸੁਰਤ ਵਿੱਚ ਜਾਣਾ ਚਾਹੀਦਾ ਤਾਂ ਕਿ ਅਸੀਂ ਜਿਹੜੀ ਵੀ ਕੋਈ ਸਟੇਟਮੈਂਟ ਕੋਈ ਬੋਲ ਦੇਵੇ ਅਸੀਂ ਉਹਦੇ ਨਾਲ ਨਜਿੱਠਣ ਲਈ ਤਿਆਰ ਹੋਈਏ, ਉਹਨੂੰ ਗਾਲਾਂ ਬਕਣ ਲਈ ਜਾਂ ਉਹਨੂੰ ਕੋਸਣ ਤੇ ਨਾ ਆ ਜਾਈਏ ਸਿਰਫ। ਇਹ ਗੱਲ। ਦੂਸਰੀ ਗੱਲ, ਹੁਣ 2020 ਆ, ਇਸ ਗੱਲ ਨੂੰ 36 ਸਾਲ ਹੋ ਗਏ, ਹੁਣ ਕੀ ਕਰੀਏ? ਦੇਖੋ, ਇੱਥੇ ਗੱਲ ਹੈਗੀ ਬੜੀ ਸਿੰਪਲ। ਜੇ ਅਸੀਂ ਕਰਨੀ ਆ, ਕਿਉਂਕਿ ਸਿੰਪਲ ਕੰਮ ਹੁੰਦੀ ਹੈ ਬਹੁਤ ਔਖਾ ਕਰਨਾ, ਜਿਹੜਾ ਕੰਪਲਿਕੇਟਡ ਆਨਸਰ ਉਹ ਪਤਾ ਹੀ ਨਹੀਂ ਲੱਗਦਾ, ਇਸ ਕਰਕੇ ਕਦੇ ਹੁੰਦਾ ਹੀ ਨਹੀਂ। ਸਿੰਪਲ ਗੱਲ ਇਹ ਆ ਕਿ ਜੋ 84 'ਚ ਹੋਇਆ ਸੀ, ਜੋ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ 1973 'ਚ ਹੋਇਆ ਸੀ, ਉਸ ਤੋਂ ਬਾਅਦ ਖਾਲਿਸਤਾਨ ਦਾ ਐਲਾਨ 86 'ਚ ਹੋਇਆ ਸੀ, ਅੰਮ੍ਰਿਤਸਰ ਐਲਾਨਨਾਮਾ 90s ਵਿੱਚ ਹੋਇਆ ਸੀ, ਉਸ ਤੋਂ ਬਾਅਦ ਉਹ ਕੁਝ ਨਹੀਂ ਹੋਇਆ। ਹੁਣ ਜੇ ਜੱਸਾ ਸਿੰਘ ਆਹਲੂਵਾਲੀਆ ਲੜਾਈ ਲੜ ਰਿਹਾ ਸੀ, ਉਹਨੇ ਇਹ ਥੋੜੀ ਕਿਹਾ ਸੀ ਮੈਂ ਬੰਦਾ ਸਿੰਘ ਬਹਾਦਰ ਦਾ ਰਾਜ ਕਾਇਮ ਕਰਾਂਗਾ ਜੀ। ਜਦੋਂ ਲੜ ਰਹੇ ਸੀ ਉਹਨਾਂ ਨੇ ਇਹ ਥੋੜੀ ਕਿਹਾ ਸੀ ਜੋ ਨਵਾਬ ਕਪੂਰ ਸਿੰਘ ਕਰਦੇ ਸੀ ਉਹ ਮੈਂ ਕਰਾਂਗਾ। ਅੱਜ ਅਸੀਂ ਆਪ ਕੁਝ ਨਹੀਂ ਕਰ ਰਹੇ, ਅਸੀਂ ਆਪ ਐਕਸਟਰਨਲ ਚੀਜ਼ਾਂ ਨਾਲ ਡੀਲ ਨਹੀਂ ਕਰ ਰਹੇ, ਸਟ੍ਰੈਟੇਜਿਕ ਪਲੈਨਿੰਗ ਨਹੀਂ ਕਰ ਰਹੇ, ਲੋਕਾਂ ਨਾਲ ਕੰਮ ਕਿਵੇਂ ਕਰਨਾ, ਗਵਰਨਮੈਂਟਸ ਨਾਲ ਡੀਲ ਕਿਵੇਂ ਕਰਨਾ, ਇਹਦੇ ਵੱਲ ਤਵੱਜੋ ਨਹੀਂ ਦੇ ਰਹੇ। ਸ਼ਬਦ ਸਾਡੇ ਸੁਰਤ ਵਿੱਚ ਨਹੀਂ ਵਸ ਰਿਹਾ। ਇਹ 2 ਕੰਮ ਕਰੋ ਤਾਂ ਕਿ ਅਸੀਂ ਜੋ 60s ਤੇ 70s ਵਾਲੇ ਸਿੱਖਾਂ ਨੇ ਸਾਨੂੰ ਪ੍ਰੈਜ਼ੈਂਟ ਕੀਤਾ ਸੀ, ਸਰਦਾਰ ਕਪੂਰ ਸਿੰਘ ਨੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦਾ ਡਰਾਫਟ ਬਣਾਇਆ ਸੀ, ਉਸ ਫੈਡਰਲਿਜ਼ਮ ਦਾ ਡਰਾਫਟ ਜਿਹੜਾ ਹੁਣ ਪੰਜਾਬ ਦਾ ਛੱਡੋ ਇੰਡੀਆ ਦਾ ਲੈਫਟਿਸਟ ਤੇ ਈਵਨ ਸਮ ਸੈਂਟਰਿਸਟ ਵੀ ਮੰਨ ਰਹੇ ਨੇ ਕਿ ਇਹੀ ਕਰਨ ਦੀ ਲੋੜ ਆ, ਜਿਹਨੇ 20 ਸਾਲ ਪਹਿਲਾਂ ਤਮਿਲਨਾਡੂ ਦੀ ਰਿਪੋਰਟ ਨੇ ਵੀ ਇਹੀ ਲਿਖਿਆ ਸੀ, ਜਿਹੜਾ ਸਰਦਾਰ ਕਪੂਰ ਸਿੰਘ ਨੇ ਡਰਾਫਟ ਕਰਕੇ ਤੇ ਅਕਾਲੀਆਂ ਨੇ ਅਡਾਪਟ ਕਰਕੇ ਮੰਨ ਲਿਆ ਸੀ। ਵੀ ਆਰ ਆਲਵੇਜ਼ ਅਹੈਡ ਆਫ ਦਾ ਕਰਵ। ਹੁਣ ਪਿਛਲੇ 20 ਸਾਲ 'ਚ ਅਸੀਂ ਅਹੈਡ ਆਫ ਦਾ ਕਰਵ ਨਹੀਂ ਆ, ਅਸੀਂ ਬਿਹਾਈਂਡ ਦਾ ਕਰਵ ਚਲੇ ਗਏ। 2020 ਦੇ ਵਿੱਚ ਸ਼ਬਦ ਸਾਡੀ ਸੁਰਤ ਵਿੱਚ ਇੰਨਾ ਐਂਟਰ ਹੋ ਜਾਵੇ, ਵਰਲਡ ਪੋਲੀਟੀਕਲ ਗਵਰਨੈਂਸ ਸਟ੍ਰੈਟੇਜਿਕ ਪਲੈਨਿੰਗ ਵਿੱਚ ਇੰਨਾ ਐਂਟਰ ਹੋ ਜਾਵੇ
ਕਿ ਅਸੀਂ ਕੋਈ ਪੰਥ ਦੇ ਸਾਹਮਣੇ ਰੱਖ ਸਕੀਏ ਕਿ 2021 ਵਿੱਚ ਇਹ ਰਿਐਲਿਟੀ ਐਸਟੈਬਲਿਸ਼ ਕਰੋ। ਇਹ ਨਾ ਕਹੋ ਕਿ 84 ਵਾਲੀ ਰਿਐਲਿਟੀ ਜਾਓ, ਇਹ ਨਾ ਕਹੋ ਕਿ 70s ਵਾਲੀ ਰਿਐਲਿਟੀ ਜਾਓ, ਇਹ ਗੱਲ ਕਰੋ ਕਿ 2021 ਵਿੱਚ ਕੀ ਐਸਟੈਬਲਿਸ਼ ਕਰਨਾ। ਨਾ 2020 ਵਿੱਚ ਕੀ ਐਸਟੈਬਲਿਸ਼ ਕਰਨਾ, ਇਹ ਐਸਟੈਬਲਿਸ਼ ਕਰਨ ਦੇ ਲਈ ਸਾਡੇ ਆਪਣੇ ਮਨਾਂ ਦੇ ਵਿੱਚ 84 ਦੇ ਪ੍ਰਤੀ ਇੱਕ ਜ਼ਿੰਮੇਵਾਰੀ ਚਾਹੀਦੀ ਆ। ਜਿਹੜੀਆਂ ਸੰਸਥਾਵਾਂ ਨੇ ਤੇ ਜਿਹੜੇ ਚਿੰਤਤ ਨੇ, ਜਿਹੜੇ ਗਵਾਹ ਨੇ, ਉਹ ਸਾਰਿਆਂ ਦੀ ਇਹ ਵੱਡੀ ਜ਼ਿੰਮੇਵਾਰੀ ਆ ਕਿ ਅਸੀਂ ਨੈਕਸਟ ਆਈਡੀਆ ਜਿਹੜਾ ਆਈਡੀਅਲਸ ਦੇ ਨਾਲ ਜੁੜਿਆ ਹੋਵੇ, ਬਟ ਇੱਕ ਨੈਕਸਟ ਮਾਈਲਸਟੋਨ, ਸੰਗੇ ਮੀਲ ਤਾਂ ਦਈਏ, ਇੱਕ ਮੀਲ ਪੱਥਰ ਤਾਂ ਬਣਾਈਏ। ਕੱਲੀ ਰੈਟਰਿਕ ਨਾਲ ਨਹੀਂ ਕੰਮ ਹੁੰਦੇ। ਜੇ ਕੰਮ ਕਰਨੇ ਨੇ, ਤੁਹਾਨੂੰ ਆਈਡੀਅਲਿਜ਼ਮ ਨੂੰ ਨਾਲ ਰੱਖ ਕੇ, ਗੁਰਮਤ ਆਈਡੀਆਜ਼ ਨੂੰ ਨਾਲ ਰੱਖ ਕੇ, ਅੱਜ ਦੀ ਰਿਐਲਿਟੀ ਦੇ ਵਿੱਚ ਸਾਡਾ ਨੈਕਸਟ ਪੜਾਅ ਕੀ ਹੋਣਾ ਚਾਹੀਦਾ, ਉਹਦੇ ਵੱਲ ਤਵੱਜੋ ਦਿਓ। ਮਿਸਲਾਂ ਵੀ ਆਈਆਂ ਜਦ ਪੰਜਾਬ ਆਜ਼ਾਦ ਹੋ ਗਿਆ, ਰਣਜੀਤ ਸਿੰਘ ਦਾ ਰਾਜ ਵੀ ਆ ਗਿਆ, ਹੈ ਨਾ। ਕਿਸੇ ਵੀ ਗੁਰੂ ਸਾਹਿਬਾਨ ਨੇ ਇਹ ਨਹੀਂ ਕਿਹਾ ਕਿ ਅਸੀਂ ਪਹਿਲਾਂ ਵਾਂਗੂ ਕੰਮ ਕਰੀਏ। ਉਹਨਾਂ ਨੇ ਕਿਹਾ ਅਗਾਹੋਂ ਕੋ ਤਰ੍ਹਾਂ ਸਿੱਖ ਸੋਵਰੈਨਿਟੀ ਦਾ ਅਗਲਾ ਪੜਾਅ ਕੀ ਆ, ਇਹਦੇ ਵੱਲ ਤਵੱਜੋ ਦਿਓ। ਭਾਈ ਸਾਹਿਬ, ਮੈਂ ਕੋਸ਼ਿਸ਼ ਕੀਤੀ ਆਪਣੀ ਵਿਦਵਤਾ ਨਾਲ ਪੁੱਛਣ ਦੀ, ਕੁਝ ਹੋਰ ਤੁਸੀਂ ਐਡ ਇਹਦੇ ਤੇ ਕਰਨਾ ਚਾਹੋ ਅਖੀਰ ਦੇ ਵਿੱਚ? ਦੇਖੋ, ਅਖੀਰ ਤੇ ਤਾਂ ਜੀ ਗੱਲ ਇਹ ਹੈ, ਮੈਨੂੰ ਵੀ ਗੱਲ ਕਰਦੇ ਕਰਦੇ ਜੋਸ਼ ਆ ਜਾਂਦਾ, ਕਿਉਂਕਿ 84 ਹੈ ਹੀ ਕੁਛ ਇਸ ਤਰ੍ਹਾਂ ਦੀ ਗੱਲ, ਘੱਲੂਕਾਰਾ ਕੁਛ ਹੈ ਹੀ ਇਸ ਤਰ੍ਹਾਂ ਦਾ। ਇਹ ਸਿਰਫ ਮੈਂ ਹੀ ਨਹੀਂ, ਜਿਹੜੇ ਪੰਜਾਬ ਦੇ ਪੰਜਾਬੀ ਇਸ ਵੇਲੇ ਗਾਇਕੀ ਵਾਲੇ ਵੀ ਬੰਦੇ ਨੇ। ਮੈਂ ਜਾਣ ਕੇ ਕਲਚਰ ਨਾਲ ਗੱਲ ਜੋੜ ਰਿਹਾ। ਕਈ ਵਾਰ ਨਾ ਅਸੀਂ ਜ਼ਿਆਦਾ ਸਖਤ ਹੋ ਜਾਂਦੇ ਹਾਂ, ਮੈਂ ਵੀ ਸਖਤ ਹੋ ਜਾਂਦਾ, ਭਾਵੇਂ ਉਹ ਜਿਹੇ ਜਿਹੇ ਵੀ ਨੇ, ਭਾਵੇਂ ਉਹ ਉਲਟਾ ਸਿੱਧਾ ਗਾਉਂਦੇ ਵੀ ਨੇ ਤੇ ਆਪਣੇ ਗਾਣੇ ਰਿਟਰੈਕਟ ਵੀ ਕਰ ਦਿੰਦੇ ਨੇ, ਬਟ ਜਦ 84 ਤੇ 10ਵੇਂ ਪਾਤਸ਼ਾਹ ਤੇ ਸੰਤਾਂ ਦੀ ਗੱਲ ਆਉਂਦੀ ਆ, ਉਹ ਖੜ ਜਾਂਦੇ ਨੇ ਫਿਰ ਤੋਂ, ਭਾਵੇਂ ਫਿਰ ਉਹਨੂੰ ਸਰਕਾਰਾਂ ਨਾਲ ਲੈ ਜਾਂਦੀਆਂ ਆਪਣੇ ਗਾਣੇ ਗਵਾਲ। ਬਟ ਕਿਤੇ ਨਾ ਕਿਤੇ ਸਾਡਾ ਜ਼ਮੀਰ ਪੰਜਾਬੀ ਸਾਈਕੀ ਦੇ ਵਿੱਚ ਜਾਗ ਰਿਹਾ। ਉਹ ਪੰਜਾਬੀ ਸਾਈਕੀ ਦੇ ਵਿੱਚ ਜਿੱਥੇ ਇਹ ਜ਼ਮੀਰ ਜਾਗ ਰਿਹਾ, ਉੱਥੇ ਜੇ ਸਿੱਖ ਚੇਤਨਤਾ ਆ ਜਾਵੇ ਨਾ, ਫਿਰ ਸਾਨੂੰ ਸੋਲੂਸ਼ਨ ਬੜਾ ਕਲੀਅਰਲੀ ਨਜ਼ਰ ਆ ਜਾਊਗਾ। ਜਿਵੇਂ ਮੈਂ ਆਮ ਪੰਜਾਬੀਆਂ ਦੀ ਗੱਲ ਕੀਤੀ, ਬਟ ਹੁਣ ਮੈਂ ਇੱਕ ਸਿੱਖ ਨਜ਼ਰੀਏ ਤੋਂ ਇੱਕ ਮੁੰਡੇ ਦੀ ਜ਼ਰੂਰ ਗੱਲ ਕਰਾਂਗਾ, ਹਰਮਨ ਦੀ। ਉਹਨੇ ਵੀ ਅੱਜ ਗਾਣਾ ਕੱਢਿਆ, ਉਹਦਾ ਗਾਣਾ ਜ਼ਰੂਰ ਸੁਣ ਲਿਓ ਸਾਰੇ ਜਾ ਕੇ, ਕਿਉਂਕਿ ਉਹ ਇੱਕ ਨਵੀਂ ਸਿੱਖ ਚੇਤਨਤਾ ਨੂੰ ਅੱਜ ਦੀ ਭਾਸ਼ਾ, ਤੇ ਮੈਂ ਉਹਦੇ ਨਾਲ ਗੱਲ ਕਰਦਾ ਰਹਿੰਦਾ, ਉਹ ਵੀ ਉਹ ਯੂਥ ਆ ਜਿਹਨੂੰ ਅਸੀਂ ਕਈ ਵਾਰ ਪਤਿਤ ਆਖ ਦਿੰਦੇ ਆ। ਨਹੀਂ ਆਖਣਾ ਚਾਹੀਦਾ। ਪਤਿਤ ਉਹ ਹੁੰਦਾ ਜਿਹੜਾ ਅੰਮ੍ਰਿਤ ਛਕ ਕੇ ਆਪਣਾ ਪ੍ਰੋਮਿਸ ਤੋੜੇ, ਜਿਹਨੇ ਅਜੇ ਦਿੱਤਾ ਹੀ ਨਹੀਂ, ਉਹ ਤਾਂ ਆ ਰਿਹਾ, ਉਹ ਤਾਂ ਪ੍ਰੇਅਰ ਹੋ ਰਿਹਾ। ਉਹ ਦੱਸ ਰਿਹਾ ਇੱਕ ਸੁਚੱਜੀ ਵੋਕੈਬਲਰੀ ਦੇ ਵਿੱਚ ਕਿ ਕਿਹੜੇ ਸ਼ਸਤਰ ਧਾਰੀ ਤੇ ਕਿਸ ਰੂਪ ਵਿੱਚ, ਕਿਸ ਚੇਤਨਤਾ ਦੇ ਵਿੱਚ ਜਦੋਂ ਕਿਰਪਾਨ ਨੂੰ ਤੇ ਸ਼ਸਤਰਾਂ ਨੂੰ ਚੱਕਦੇ ਨੇ। ਜਿਹੜਾ ਕਿਰਪਾਨ ਲਫ਼ਜ਼ ਆ, ਉਹਦੀ ਇੰਟਰੋਡਕਸ਼ਨ 84 ਦੇ ਵਿੱਚ, ਇਹ ਬੜੀ ਇੰਪੋਰਟੈਂਟ ਗੱਲਾਂ ਨੇ, ਕਿਉਂਕਿ ਅੱਜ ਕੱਲ੍ਹ ਅਸੀਂ ਵੀ ਕਿਰਪਾਨਾਂ ਨੂੰ ਠੀਕ ਤਰ੍ਹਾਂ ਨਹੀਂ ਦੇਖ ਪਾਉਂਦੇ। ਅਗੇਨ ਮੈਂ ਇਹ ਕਹਾਂਗਾ ਕਿ ਜਿਹੜੀ ਪੰਜਾਬੀ ਸਾਈਕੀ ਦੇ ਵਿੱਚ ਇਹਦੀ ਬੜੀ ਕਲੈਰਿਟੀ ਆ ਕਿ ਜੋ 84 'ਚ ਹੋਇਆ ਉਹ ਕੀ ਸੀ। ਸਿੱਖ ਸਾਈਕੀ ਦੇ ਉਹਦੇ ਵਿੱਚ ਜੇ ਥੋੜਾ ਜਿਹਾ ਸਿੱਖ ਐਂਗਲ ਹੋਰ ਆ ਜਾਵੇ, ਤੇ ਜਿਹੜੇ ਸਾਡੇ ਵਿੱਚ ਆਪਣੇ ਆਪ ਨੂੰ ਪੜ੍ਹੇ ਲਿਖੇ ਅਖਾਉਂਦੇ ਨੇ, ਜਿਹੜੀ ਸਾਡੀ ਸੈਕਿੰਡ ਜਨਰੇਸ਼ਨ US, ਕੈਨੇਡਾ, UK ਪੜ੍ਹ ਲਿਖ ਗਈ ਆ, ਉਹ 84 ਬਾਰੇ ਵੀ ਅਨਅਪੋਲੋਜੈਟਿਕ ਹੋ ਜਾਵੇ। ਜਿਵੇਂ ਉਹ ਬਲੈਕ ਲਾਈਵਜ਼ ਮੈਟਰ ਦੀ ਗੱਲ ਕਰ ਰਹੀ ਆ ਨਾ, ਸ਼ਾਬਾਸ਼ੀ ਹੈ ਉਹਨਾਂ ਤੇ, ਬਟ ਉਹਨਾਂ ਨੂੰ ਉਹਦੇ ਨਾਲੋਂ ਵੱਧ ਜ਼ੋਰ ਨਾਲ ਪੰਥ ਕੀ ਜੀਤ 84 ਬਾਰੇ ਵੀ ਗੱਲ ਕਰਨ ਦੀ ਲੋੜ ਆ। ਇਸੇ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਭਾਵੇਂ ਤੁਸੀਂ ਪੰਜਾਬ ਪੁਲਿਸ 'ਚ ਕੰਮ ਕਰਦੇ ਹੋ, ਤੇ ਭਾਵੇਂ ਤੁਸੀਂ ਕਿਸੇ ਯੂਨੀਵਰਸਿਟੀ ਵਿੱਚ ਕੰਮ ਕਰਦੇ ਹੋ, ਸਲਾਮ ਹੋਵੇ ਤੁਹਾਨੂੰ, ਸਾਡਿਆਂ ਦੀ ਆਪਣੀ ਆਪਣੀ ਨੌਕਰੀ ਹੈ, ਸਾਰਿਆਂ ਦੀ ਕੋਈ ਨਾ ਕੋਈ ਇਸ਼ੂ ਆ, ਬਟ 84 ਦੇ ਪ੍ਰਤੀ ਅਨਅਪੋਲੋਜੈਟਿਕ ਹੋ ਜਾਵੋ। ਇਹ ਨੈਰੇਟਿਵ ਤਾਂ ਹੁਣ ਜਿਹੜਾ ਪੰਜਾਬ ਦਾ ਸਿਟਿੰਗ ਰਾਜ ਸਭਾ ਦਾ ਮੈਂਬਰ ਆ, ਉਹ ਵੀ 3-4 ਸਾਲ ਪਹਿਲਾਂ ਕਹਿ ਚੁੱਕਿਆ, ਸਤੀਸ਼ ਗੁਜਰਾਲ, ਕਿ ਬਈ ਸਰਕਾਰ ਸਭ ਕੁਝ ਛੁਪਾ ਰਹੀ ਆ, ਸਿੱਖਾਂ ਨੇ ਤਾਂ 84 ਬਾਰੇ ਕੁਝ ਛੁਪਾਇਆ ਹੀ ਨਹੀਂ, ਅਸੀਂ ਤਾਂ ਸਾਰੀਆਂ ਗੱਲਾਂ ਕਰੀ ਜਾਂਦੇ ਆ, ਬਟ ਸਰਕਾਰ ਨੇ ਅੱਜ ਤੱਕ ਇੱਕ ਵੀ ਇਨਵੈਸਟੀਗੇਟਿਵ ਰਿਪੋਰਟ ਨਹੀਂ ਕੀਤੀ, ਸਾਰਾ ਕੁਝ ਸਰਕਾਰ ਛੁਪਾ ਰਹੀ ਆ। ਸੋ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ, ਸਾਨੂੰ ਇਹ ਗੱਲ ਜਾਰੀ ਰੱਖਣੀ ਚਾਹੀਦੀ ਆ। ਸਾਡੇ ਜਿਹੜੇ ਭਾਸ਼ਾ ਦੇ ਲੈਵਲ ਤੇ, ਸਟ੍ਰੈਟਜੀ ਦੇ ਲੈਵਲ ਤੇ, ਪੋਲਿਟਿਕਸ ਦੇ ਲੈਵਲ ਤੇ, ਪਲੈਨਿੰਗ ਦੇ ਲੈਵਲ ਤੇ, ਟੈਕਨੋਲੋਜੀ ਦੇ ਲੈਵਲ ਤੇ ਗੱਲਾਂ ਨੂੰ ਸਮਝ ਰਹੇ ਨੇ, ਉਹਨਾਂ ਨੂੰ ਵੀ 1984 ਦੇ ਪ੍ਰਤੀ ਅਨਅਪੋਲੋਜੈਟਿਕ ਹੋ ਜਾਣਾ ਚਾਹੀਦਾ। ਭਾਈ ਸਾਹਿਬ, ਧੰਨਵਾਦ ਬਹੁਤ ਬਹੁਤ, ਤੇ ਗੁਰੂ ਕਿਰਪਾ ਕਰੇ ਫਿਰ ਕਿਸੇ ਦਿਨ ਗੱਲਬਾਤ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।